ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀ ਓ ਪ੍ਰਤਪਾਲਕ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ। ਸਹਿਜ ਸਹਿਜ ਖਲਾਇਂਦਾ ਨਹਿ ਕਰਦਾ ਆਲਕ ਔਗਣ ਤੋ ਨਾਚ ਤਾਰਦਾ ਗਲ ਸੇਤੀ ਲਾਇਕ। ਮੁਖ ਮੰਗਾ ਸੋਈ ਦੇਵੰਦਾ ਹਰਿ ਪਿਤਾ ਸੁਖਦਾਇਕ। ਗਿਆਨ ਰਾਸ ਨਾਮ ਧਨ ਸੋਪਿਓ ਇਸ ਸੌਦੇ ਲਾਇਕ। ਸਾਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ। ਮੈਂ ਨਾਲੋਂ ਕਦੇ ਨਾ ਵਿਛੜੈ ਹਰਿ ਪਿਤਾ ਸਭਨਾ ਗੱਲਾਂ ਲਾਇਕ। ਅਸੀਂ ਖਾਦੇ ਬਹੁਤ ਕਮਾਵਦੇ ਅੰਤ ਨ ਪਾਰਾਵਾਰ। ਹਰਿ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੱਡ ਗੁਨਹਗਾਰ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੇ ਅਪਾਵਹੁ ਡੁਬਦੇ ਪੱਥਰ ਤਾਰੇ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਾਲ ਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਜੋ ਸਰੂਪ ਜੁਗ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਕਰਨਾ ਦਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਆਪ ਵਡਭਾਗੀ ਜਨਾਂ ਨੇ ਜੁੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਣਾਂ ਦੀ ਚਰਚਾ ਕੀਰਤਨ ਅਤੇ ਕਥਾ ਦੇ ਰੂਪ ਵਿੱਚ ਸਰਵਣ ਕੀਤੀ ਹੈ। ਆਪ ਜੀ ਨੂੰ ਪਹਿਲਾਂ ਭਾਈ ਹਰੀ ਸਿੰਘ ਜੀ ਨੇ ਕੀਰਤਨ ਸਰਵਣ ਕਰਵਾਇਆ ਉਪਰੰਤ ਗੁਰਮੁਖਾਂ ਪਿਆਰੇ ਨੇ ਗੁਰ ਸਤੋਤਰ ਦੇ ਸ਼ਬਦ ਸਾਧ ਸੰਗਤ ਜੀ ਸਾਰੇ ਪੜ੍ਹੇ ਸਨ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ। ਉਹਨਾਂ ਤੋਂ ਉਪਰੰਤ ਅਤਿਅੰਤ ਸਤਿਕਾਰਯੋਗ ਗਿਆਨੀ ਪ੍ਰੀਤਮ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਵਾਨ ਜਿਨ੍ਹਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਸਾਧ ਸੰਗਤ ਜੀ ਵਿਦਿਆ ਪ੍ਰਾਪਤ ਕੀਤੀ ਕਈ ਪੀੜ੍ਹੀਆਂ ਸੇਵਾ ਕੀਤੀ ਹੈ। ਉਹਨਾਂ ਤੋਂ ਆਪ ਜੀ ਨੇ ਸਾਧ ਸੰਗਤ ਜੀ ਕੁਝ ਪ੍ਰਵਚਨ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਆਪਾਂ ਆਖੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਨੇ ਸਾਨੂੰ ਅਬਨਾਸੀ ਦੇ ਸਦੀਵੀ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਸਾਧ ਸੰਗਤ ਜੀ ਲਾਇਆ ਹੈ। ਕੀਰਤਨ ਵਿੱਚ ਭਾਈ ਰਣਜੀਤ ਸਿੰਘ ਜੀ ਨੇ ਜਿੰਨੇ ਸ਼ਬਦ ਪੜ੍ਹੇ ਸਾਧ ਸੰਗਤ ਜੀ ਉਹ ਸਾਰੇ ਗੁਰੂ ਦੀ ਸੋਭਾ ਗੁਰ ਸਤੋਤਰ ਗੁਰੂ ਉਸਤਤ ਵਿੱਚ ਸਨ। ਸਾਰੇ ਸਿਆਣੇ ਵਿਦਵਾਨ ਕਹਿੰਦੇ ਨੇ ਇਹ ਤਾਂ ਹੋ ਸਕਦਾ ਹੈ ਕੋਈ ਗੁਰੂ ਸਾਹਿਬ ਜੀ ਦੇ ਹੁੰਦਿਆਂ ਕਿਸੇ ਦੀ ਜਿਹੜੀ ਪਾਰ ਨਾ ਲੱਗੇ, ਕੋਈ ਪਾਰ ਨਾ ਉਤਰ ਸਕੇ, ਕਿਸੇ ਦੀ ਕਲਿਆਣ ਨਾ ਹੋ ਸਕੇ, ਕਿਸੇ ਦੇ ਜੀਵਨ ਨੂੰ ਟਿਕਾ ਨਾ ਮਿਲ ਸਕੇ, ਇਹ ਹੋ ਸਕਦਾ। ਪਰ ਇਹ ਕਦੇ ਨਹੀਂ ਹੋ ਸਕਦਾ ਵੀ ਗੁਰੂ ਸਾਹਿਬ ਜੀ ਤੋਂ ਬਿਨਾਂ ਕੋਈ ਪਾਰ ਲੱਗ ਗਿਆ ਹੋਵੇ, ਬਿਨਾਂ ਗੁਰੂ ਤੋਂ ਕਿਸੇ ਨੂੰ ਸਾਧ ਸੰਗਤ ਜੀ ਮੁਕਤੀ ਮਿਲ ਗਈ ਹੋਵੇ, ਕਿਸੇ ਨੂੰ ਜੀਵਨ ਦਾ ਆਨੰਦ ਆ ਗਿਆ ਹੋਵੇ। ਗੁਰੂ ਤੋਂ ਬਿਨਾਂ ਇਵੇਂ ਨਾ ਕਦੇ ਹੋਇਆ ਪਹਿਲਾਂ ਤੇ ਨਾ ਕਦੇ ਹੋਵੇਗਾ। ਇਹ ਹੋ ਸਕਦਾ ਵੀ ਗੁਰੂ ਸਾਹਿਬ ਜੀ ਦੇ ਹੁੰਦਿਆਂ ਕਿਸੇ ਦਾ ਭਲਾ ਨਾ ਹੋਇਆ ਹੋਵੇ, ਇਹ ਹੋ ਸਕਦਾ। ਕਿਉਂ? ਕਿਉਂਕਿ ਮਹਾਰਾਜ ਦੇ ਚਰਨੀ ਨਾ ਫੜੇ ਹੋਣ, ਆਇਆ ਹੀ ਨਾ ਹੋਵੇ ਕੋਈ ਗੁਰੂ ਸਾਹਿਬ ਜੀ ਦੇ ਕੋਲ, ਪੱਲਾ ਹੀ ਨਾ ਫੜਿਆ ਹੋਵੇ,
सत्कार अदब भी ना कीता होवे, बाणी ना पढ़ी होवे, ते हो सकदा वो महाराज जी दे हुंदियां भी साध संगत जी संसार तो खाली चलिया जावे, क्योंकि आया नहीं महाराज के दर ते। पर कोई भी दुनिया ते आपां एक प्रमाण नहीं दे सकते भी गुरु तो बिना साध संगत जी कोई पाल उतर गया होवे। गुरु साहब जी दे अपने बचन है, वो कहते ने भाई रे गुर बिन ज्ञान ना होए, पूछो ब्रह्म नारद वेद व्यास कोई, माई गुर बिन ज्ञान ना पाइए, अंक प्रकार फिरत बिरलाते मिलत नहीं गोसाइया। फिर गुरु साहब जी का साध संगत जी दूसरे पातशाह जी का श्लोक है आसा दी वार का, जो बहुत बार तुसां सरवण कीता, जिस विच महाराज कृपा करके कहते ने जे 100 चंदा उगवै सूरज चढ़े 1000, इते चानण होंदियां गुर बिन घोर अंधार। हैरानी हुंदी इस गल दी भी महाराज सूरज तां एक नहीं मान, दिन चाढ़ दिंदा, इन्ना प्रकाश है इस सूरज का, ते आप ही कह रहे जे 1000 सूरज चढ़ जाण, सैकड़े चंद्रमा होण, ते तां भी गुरु तो बिना प्रकाश सिख दे अंदर नहीं हो सकता। इहदा की कारण? जे 100 चंदा उगवै सूरज चढ़े 1000, सैकड़े चंद्रमा होण ते 1000 सूरज, इते चानण होंदियां गुर बिन घोर अंधार। कहते इन्ना चानण इन्ना प्रकाश होने के बावजूद भी गुरु तो बिना साध संगत जी घुप हनेरा ही है। बाहर का प्रकाश कर देगा सूरज एक ही बहुत है, 1000 चढ़ जाएंगे तो भी प्रकाश ही होना है। पर जिस हनेरे की गल गुरु अंगद देव महाराज जी करते पे साध संगत जी, वो हनेरा अंदर का है। अंदर गुरु की कृपा तो बिना, महाराज जी की मेहर की नजर तो बिना, गुरु साहब जी के शब्द के अभ्यास तो बिना प्रकाश कदे नहीं हो सकता, भावें 1000 सूरज बाहर चढ़े हों। ये गुरु अंगद देव साहब जी का वचन है। बाहर का प्रकाश साहब संगत जी हो गया, मान लो कि बाहर दिन चढ़िया तो आपां नूं वस्तुआं दिसण लग पईआं। प्रकाश क्योंकि दिसण विच सहायता करदा। अख अपने आप कोई चीज़ नहीं देख सकती जिन्नी देर प्रकाश ना होवे। अख भावें खुली होवे, तंदुरुस्त भी होवे, जे प्रकाश नहीं तो कुछ नहीं। इत्थे हुणे एकदम घुप हनेरा हो जावे, तुहाड़ियां भी अखां खुल्लियां, मेरियां भी खुल्लियां ने, मैं तुहानूं नहीं देख सकदा, तुसीं मैनूं नहीं देख सकोगे। अखां तंदुरुस्त ने, खुल्लियां भी ने, पर बिल्कुल हनेरा हो जावे तो आपां नहीं देख सकांगे। प्रकाश हो गया तो दिसण लग पवेगा सारा कुछ। पर बाहर प्रकाश हो जाए तो आपां नूं दिसण लग पैना अखां नाल सारा कुछ। पर जिहड़ा अंदर दा हनेरा साध संगत जी, ये प्रकाश अंदर कदे नहीं पहुंच सकता, क्योंकि पर्दा दो प्रकार का, एक शरीर दा विच पर्दा। मान लो मैं तुहानूं दिसदा पिया, इत्थे बैठा प्रकाश है, चानण है, इस करके मैं तुहानूं दिसदा पिया। प्रकाश ने पर्दा दूर कर दिता, तुसीं मैनूं देखदे जे मैं तुहानूं देखदा पिया। पर एक पर्दा मैं होर कर लवां, मान लो इत्थों मैं कुछ फड़ के ते मुठ विच बंद कर लैना, तो फिर तुहानूं पुछदा की है, भावें कितना प्रकाश है तुसीं नहीं दस सकोगे मेरे हाथ विच की है, क्योंकि अगे एक पर्दा होर हो गया प्रकाश दे विच ही। उथों तक ये प्रकाश नहीं पहुंच सकता। शरीर के पर्दे के अंदर साध संगत जी प्रकाश आपां नूं कुछ नहीं दिखा सकता। इस करके गुरु अंगद देव साहब जी ने आख्या, गुरमुखो बाहर भावें 1000 सूरज चढ़ जाण, बहुत प्रकाश कर देंगे, पर अंदर दा हनेरा गुरु तो बिना दूर नहीं जे होना। कदे बाहर नहीं साध संगत जी आपां जा सकते गुरु साहब जी की बख्शिश, उन्हां दी कृपा तो बिना। ते जिन्हां ते गुरु साहब ने कृपा की, ज्ञानी जी ने दस के गए, कलगीधर पातशाह जी ने साध संगत जी अपने ते रहमत कीते, उन्हां खंडे बाटे दी आपां नूं दात बख्शी, वो मर्यादा चला दी, जिस मर्यादा दी लंघण तो बाद आपां गुरु साहब जी दे चरण फड़ के वो प्रकाश की किरण प्राप्त कर सकते हैं। जिहड़ा इत्थे कल बाटा तैयार होया ते जिहड़े पुरानी गुरु के जहाज पे चढ़े, उन्होंने बधाई दी सी ज्ञानी जी ने। मैं भी उन्हों का धन्यवाद करदा, उन्होंने अपने जीवन की सफलता लई महाराज जी का पल्ला फड़िया। वो अमृत की दात छकण तो बाद फिर साध संगत जी गुरु साहब जी की जो आप नाम बाणी का अभ्यास करते हैं, तो फिर अंदर एक प्रकाश की किरण पैदा होती। जिक्र किया भाई राजवाणी का ज्ञानी जी ने, चलता गया उन्होंने तो हम बहुत ज्यादा जिक्र। वो योधे ने, सूरमे ने, कौम उन्होंने एकदम जगा भी दी है और एक थां इकट्ठी भी कर दी सारी। उन्होंने बोला में ताकत कितों आई है? तो साधारण ही इंसान ना, होर भी सिख कौम बहुत शहीद होए ने, सारे सत्कारयोग ने, अत्यंत सत्कारयोग ने सारे। पर किसी ने बोला तो साध संगत जी ताकत होंदी, वो ताकत कितों आई है? वो ताकत उन्हां दी बाणी पढ़न दी, नाम अभ्यास की कमाई करके आई है। कृपा उन्होंने महाराज साहब जी ने की है। किन्नी सूरमगति साध संगत जी सिख विखाउंदा पिया, भाई मैं मौत तो नहीं डरदा, पर मैं एक सुनेहा केंद्र सरकार नूं वखरा ते अपनी सिख कौम नूं वखरा दे के जाना चाहुंदा, मेरी मौत विचों एक इतिहास निकलेगा। इन्नी दलेरी उहदे विच कित्थों आई है? की कारण है? हालांकि फिलासफर एक गल कहते हैं, वो कहते हैं गुरमुखो जिंदगी नालों बंदे नूं कुछ भी वध प्यारा नहीं हुंदा, जान सब तो वध प्यारी है। एक दुनियावी कहावत है सियाणे की, जान है ते जहान है। जान चली गई तो फिर की रह गया पिछे?
फिलासफर ने गल आखी है कि अपनी जान बचानी चाहिए बंदे जिवें भी बचे, जो कुछ भी जान बचाने लिए करना चाहिए करके आपां जान बचानी चाहिए। पर गुरु साहब जी ने बिल्कुल उन्होंने गल सिद्धांत साध संगत जी तोड़ ही दिता। मां कहते नहीं नहीं, बंदे वास्ते जान सब तो उपर नहीं होंगी। कहते हैं लोगों के विचार भी ने, फिलासफर भी ये गल कहते हैं कि जान सब तो कीमती है, इनू बचाओ जिवें बचदी। महाराज साहब ने कहा नहीं हो गुरमुखो, दुनिया के सिख वास्ते जान कीमती नहीं, उसका धर्म कीमती है। जान बचाने लिए धर्म नहीं सिख बेच के खा सकता, धर्म बचाने वास्ते जान हस के दे सकता सिख। ये पाठ किने पढ़ाया? कलगीधर पातशाह जी ने। ये फिलासफर की धारणा रद्द कर दी महाराज ने। उन्होंने कहा ठीक है, दुनिया के लोगों की जान कीमती हो सकती है, पर गुरु के सिख वास्ते धर्म कीमती है, जान कीमती नहीं। वो अपनी जान दे के भी धर्म की रक्षा करता, अपना धर्म बचाता। आप तो आख लेना ना, गल करनी साध संगत थोड़ी जी सौखी है, पर जिन्हों ने सिर दे के धर्म की खातर साध संगत जी कौम की चढ़ती कला लई, कौम के महल दी नीहां च जिन्हों ने अपने बच्चों के अपने तनां का बलिदान दिता, पर रति उन्होंने चेते करके देखियो, जिन्होंने माइया ने साध संगत जी बच्चे अपने नेजिया से टंगवाए। एक पुत्र मां का आप कह लेना, मां के हिरदे में पुछ के देखो कि ममता की कहती है। एक पुत्र मां का नेजे से टंगिया होवे ते जलाद नूं पुछे भी दूसरा जिहड़ा तेरे गल नाल चिंबड़िया ये बच सकता है, सिर्फ एक बार कह दे असीं सिख नहीं महाराज जी। वो कहते नहीं, गुरु के नाम से भी कुर्बान होगा, पर असीं सिख हां। मां टुकड़े करवा के बच्चे के साथ संगी हार अपने गल च पा सकती सिक्खी की खातर। सिक्खी की खातर सिख चरखड़ी ते हस के चढ़ सकता। जो चढ़ लगे भाई सवेग सिंह ते सरबाज सिंह, उदों ने पुछया सी साध संगत जी उस समय के हाकम ने, वो कहने लगा देखो जान तुहाडी बच सकदी दोवां पिओ पुत्तां दी। सवेग सिंह आख्या चल तू तो जावेगा, दुनिया खा लई, 19 साल का तेरा नौजवान विद्वान पुत्र है, तू इहनूं बचा सकदा, सिर्फ एक बार कह देना भी मैं सिख नहीं। उन्हें कहा नहीं, ते हस के उन्हें आख्या भी तुहानूं आनंद की आ रहा चरखड़ी के दंदियां ते चढ़ के, मौत नूं गले लगा रहे, सिर्फ एक गल कहनी है कि असीं सिख नहीं, तुहाडी जान बच सकदी है। तो भाई सवेग सिंह ने आख्या सी उस आनंद का जिक्र गल्लां नाल नहीं हो सकता, मेरे पुत्र के पिछे लाइन च ला के ते चरखड़ी ते चढ़ गुरु के नाम से तैनूं पता लगे की आनंद आउंदा गुरु की गोद दा, गुरु के नाम से कुर्बान होण ते। जगीरा खान साहब संगत जी ओहदे एहलकार सिखां दे सिरां दे मुੱਲ पा पा के ते इनाम लै रहे ने, खुश करते पए, बड़ा खुश करते पए। वो कहते ने असीं सारे सिख मुका दित्ते, कोई सिख हुण नहीं तुहानूं ढूंढिया लभेगा। उन्हें जदों भगत निरंजनिया आ गया, ਉਹਦੇ ਸਾਧ ਸੰਗਤ ਜੀ ਦਾ ਟੌਰ ਸੀ, ਉਹ ਕੈਟ ਸੀ, ਉਹਦਾ ਹੈ ਤਾਂ ਸਿੱਖ ਹੀ ਸੀ ਪਰ ਕੈਟ ਸੀ। ਉਹ ਕਹਿਣ ਲੱਗਾ ਝੂਠ ਬੋਲਦੇ ਸਾਰੇ ਤੇਰੇ ਐਲਕਾਰ, ਸਿੱਖ ਕਦੇ ਨਹੀਂ ਮੁੱਕ ਸਕਦੇ। ਉਹ ਕਹਿੰਦਾ ਨਹੀਂ ਮੁਕਾ ਦਿੱਤੇ ਅਸੀਂ ਸਾਰੇ, ਚੁਣ ਕੇ ਮਾਰ ਦਿੱਤੇ ਸਾਰੇ। ਬੀਬੀਆਂ ਦੇ ਸਿਰਾਂ ਦੇ ਸਾਧ ਸੰਗਤ ਜੀ ਤੇ ਬੱਚਿਆਂ ਦੇ ਸਿਰਾਂ ਦੇ ਜੂੜੇ ਕਰਕੇ ਉਹਨਾਂ ਦੁਸ਼ਟਾਂ ਨੇ ਸਿਰਾਂ ਦੇ ਮੁੱਲ ਵੱਟ ਲਏ ਸਨ। ਆਖਿਆ ਕੋਈ ਬਚਿਆ ਹੀ ਨਹੀਂ। ਭਗਤ ਨਿਰੰਜਨ ਕਹਿਣ ਲੱਗਾ ਨਹੀਂ ਇਦਾਂ ਨਹੀਂ ਹੋ ਸਕਦਾ ਵੀ ਸਿੱਖ ਮੁੱਕ ਜਾਣ ਤੇ ਤੇਰੇ ਬੰਦੇ ਸਾਰੇ ਸਿੱਖਾਂ ਨੂੰ ਮੁਕਾ ਦੇਣ, ਇਹ ਗੱਲ ਨਹੀਂ ਹੋ ਸਕਦੀ। वो कहता नहीं असं मुका दिते आ, चुन के मार दिते सारे सिख। भगत निरंजन कहने लगा भी बाकी बाद की तो गल छड्ड, ये नवाब साहब मैं तुहानूं लाहौर विचों सिख लाभ देना, सिख कदे खत्म नहीं हो सकते। सिखां नूं जिहड़ी कलगीधर पातशाह गुरती दे के गए इदां वो नहीं मुकने। उन्हें कहा तू सिख लाहौर चों लाभ देवेगा, मैं कहना सारे पंजाब ते सिख कोई नहीं है। वो कहता मैं तुहानूं लाभ देंगा लाहौर विचों सिख, मेरे नाल इन्हां नूं भेजो, पर हुण नहीं, कल सवेरे अमृत वेले। वो गए साध संगत जी भगत निरंजनिया नाल गया, सवेरा सी ते लाहौर दीयां गलियां च तुरे फिरदे ने। गली च जा रहे ते घर विचों आवाज आई असंख जापो, असंख भाओ, असंख पूजा, असंख तप ताओ, असंख ग्रंथ मुख वेद पाठ। वो रुक गया उसे वेले, कहने लगा गुरमुखा बाणी की आवाज आउंदी जे सिखां दा घर जे, पुछो जाके। दरवाजा खड़काया, अंदरों बीबी की आवाज आई। वो कहने लगी कौन है भाई, अंग आओ। खुला ही दरवाजा। जब अंदर गए तो देखा एक बीबी चौंकड़ा मार के जपजी साहब का पाठ करती पई है, तो 5 साल का बच्चा वो सुता पिया। उन्हें जाके दसिया जग के भेजे असीं आए हैं, तेरे घरों गुरबाणी पढ़ती आवाज आई सी, सिख सारे चुन के खत्म कर दिते ने, तू फिर इत्थे बैठी है। वो कहने लगी हाँ असीं सिख हाँ। वो कहने लगा अज तेरे कोल समा है, क्योंकि तेरे घरे मर्द कोई नहीं, तो असीं बच्चा ते तू 2 जने जे, असीं तैनूं गिरफ्तार करके लैके जावांगे, बचाव का कोई साधन नहीं है, तू बच सकती है, तेरा पुत्र बच सकता है, इत्थे कह दे कि असीं सिख नहीं। वो कहने लगे असीं सिख हां, तू अगली गल कर असीं सिख हां महाराज दे। वो कहने लगा तू तो मरना माई जिद करके ये 5 साल का बच्चा भी करवा लेगी अपना,
वो कह लगी जे किते मेरे तो पहला मेरे बच्चे को शहीद कर दिता जाए गुरु के नाम से, मेरा घर वाला शहीद हो चुका पंथ के नाम से, जे मेरे 5 साल के पुत्र को मेरिया अखां के सामने शहीद करके मैनू छड्डोगे, भावें पहुंच मेरी नहीं पैंदी पर मैं गुरु का शुकराना करने वास्ते 50 रुपये का प्रसाद करावांगी, गुरु के नाम से मेरा पुत्र शहीद हो गया। वो मां की उसकी आवाज सी, लै गए फड़ के आख्या जी सिख तुसीं कहंदे सिख मुका दिते, सिखां दे सिरां ते मुंड पए। आ देखो सिख लाहौर में बैठे आ ते अपने 5 साल के बच्चे की मां कुर्बानी देने लई तैयार है, ये मनने लई तैयार नहीं पर असीं सिख नहीं। इस पिंड साहब संगत कित्थों आई सिखां विच? किरपा किहने कीती? ये किरपा कलगीधर पातशाह जी के खंडे बाटे के अमृत दी। छोटे साहिबजादे जदों लालच दिते ना नीहां खड़न बच्चे को पढ़ाउणा कोई बहुत औखा नहीं हुंदा। लालच दिते तुहाडे नाम ते जगीरदारां कचहरियां चलणगीआं, तुहाडे नाम ते जगीरां मैं लवा के देवांगा। उस वेले वजीदा कह रहा कहंदा 4-4 तुहाडे निकाह कीते जाणगे, मेरी तरह तुसीं फैसले करिया करो भी इत्थे बैठ के सिर्फ इन्ना कह देना भी असीं सिख नहीं इस्लाम कबूल करना। लालच दिते गए साहिबजादिआं वो नहीं मने। उन्होंने कहा जुत्ती की रोक नाल असीं तेरे सारे लालच ठुकराउणे पर असीं सिख हां। फिर वो दूसरे पासे आया, पहला लालच दिते हुण डराउण लगा। वो कहण लगा बच्चे तुहानूं नहीं पता पिता तुहाडा मैं मार दिता, भरा तुहाडे मैं मार दिते, सिख मैं छड्डिया कोई नहीं, तुहानूं बचाउण किसे ने नहीं आउणा। इसलिए मैं कहना भी जे तुसीं मेरी गल मान लो तो तुहाडी जिंदगी नहीं कदी बचनी, तुहानूं राज भाग ते सुख भी सारे मैं दवावांगा, ते जे नहीं तो फिर तुहानूं तसीहा दे के खत्म करांगा, मार देंगा। ते हस के बाबा फतेह सिंह ने आखिया तू सानूं मौत दा डरावा देना, तैनूं ये नहीं पता भी मौत तां कदों दी असीं खंडे दे विच घोल के बाटे विच घोल के खंडे नाल पी चुके, तू सानूं की मौत दा डरावा देना। साडी कुल दी रीति पढ़ के देख, जिहड़ी मौत करके तू सानूं डराउणा ये मौत असीं उस अमृत दे विच घोल के पी चुके कदों दी। ये उस अमृत दी साध संगत दी ताकत है। उन्हें आखिया सी गल्लां करनियां सौखियां ने पर जान देनी औखी है। साहब फतेह सिंह छोटा सी साहिब तो उन्हें जवाब दिता, उन्हें कहा असीं गल्लां नहीं करिया करदे, तू अपनी कार्रवाई कर, असीं तैनूं दस्सांगे भई धर्म वास्ते इस अपने पंथ वास्ते अपनी कौम वास्ते शहीदी किवें दित्ती जा सकती है। ये ताकत है साध संगत जी खंडे बाटे दे अमृत दी। उस अमृत नूं छकण करके गुरमुख ने मौत की परवाह नहीं की, सारी कौम जगाई, सारी कौम नूं झंडे थले इकट्ठा किया। ते फिर भी साध संगत जी कह रहा भई मेरी मौत विचों एक इतिहास उतरिया जाएगा। वो इन्नी निरंता साध संगत जी ये करगियां वाले बादशाह ने कृपा की है। अपना इतिहास आप पढ़ के देखिए ना तो मेरे ख्याल अनुसार जे आप इतिहास तो सारे जानू हो जाएंगे तो कोई सिख ऐसा नहीं जो अमृत छक के फख्र मान महसूस ना करे। अज मैंने कलगीधर पातशाह जी ने अपने परिवार शामिल कर लिया, मेरे पे तरस किया, मेरे पे रहमत की। मैं सिर उच्चा करके कह सकता भाई मेरा कोई मालिक है, हुण मैं किसी का पुत्र हां, तो जे मेरा मालिक होया पूरा तो बचा भी मैंने जरूर लवेगा। एक गल मैंने चेते आई इत्थे प्रोफैसर पूर्ण सिंह ने साध संगत जी लिखी है अमृत की बाबत। वो कहता अमृत की बड़ी व्याख्या की विद्वाना ने, ककारां की व्याख्या की, कृपान की की, कड़े की की, कड़ा क्यों सानू दिता सरबलोह दा महाराज ने, श्री साहब का दिती है, कंगे का की महात्म है। वो कहता मैं इस चक्कर च नहीं पैंदा पर कड़े का की महात्म है, कृपान क्यों महाराज कहता की व्याख्या ककार फिलासफी पढ़ के देखो तुसीं विद्वाना ने बहुत कुछ लिखा है। पर कहता मेरे लिए सिर्फ एक इन्नी गल बहुत है पर ये कलगीधर पातशाह ने दिते ने, बस चढ़दी कला जे महाराज ने दिते ने तो इसदा अर्थ है साडे भले लिए दिते ने सारा कुछ। ये देखो दूसरा सवाल मैं करदा ही क्यों दिते, क्यों अमृत छकना, कृपान दा की मतलब है, कड़ा काहतों दिता सानू, असीं सोने दा कड़ा क्यों नहीं पा सकदे, सरबलोह दा कड़ा महाराज ने दिता। कहंदा मैं व्याख्या करके दस सकदा क्यों सरबलोह दा दिता, भावां कि आपां सरबलोह दा छड्ड के साध संगत जी फिर भी सोने दे कड़े नूं आपां प्रमुखता दिंदे आ। कलगीधर पातशाह ने तो आ सरबलोह का कड़ा दे के सानू अपने सिख बनाया सी, मैनूं माफ करना। तो कई साडे वीर गुरु का सिख बनण नालों सहुरे का सिख बनना किते वधिया कबूल करदे, मंग के 5 तोले का लैणगे भई आ कलगीधर दा मैनूं नहीं चाहिदा, तू दे कहणगे 5 तोले का 10 तोले का। क्यों? क्योंकि मैं सिख 10वें पातशाह दा नहीं ना, तेरा सिख है। नहीं महाराज ने इदां नहीं सी कीता, कृपा कीती सी साडे उत्ते। वो कहंदा मैं कर सकदा ककारां दी मैं व्याख्या करके दस सकदा क्यों महाराज ने दस्सिया, पर कहंदा मैनूं लोड़ नहीं, मेरे लिए इन्ना बहुत है भई ये 10वें पातशाह जी ने दिते ने ते साडे भले लिए दिते ने, महाराज दा हुक्म है ते बस चढ़दी कला, इत्ते कोई किंतु परंतु नहीं। फिर वो प्रमाण दिंदा बड़ी कमाल दा। वो कहंदा किसी बीबी नूं पुछो जिस बीबी ने मांग विच संधूर पाया हुंदा, अपने ते चलो नहीं पर होर कई मतां ते साध संगत जी बीबियां पाउंदियां, अपने तां पाउणा नहीं चाहिदा, पर जिन्हां च पाउंदियां कहंदे उस बीबी नूं पुछो
ਭਈ ਤੂੰ ਭੈਣਾ ਇਹ ਭੈਣ ਮੇਰੀ ਜਿਹੜਾ ਸੰਧੂਰ ਆਪਣੀ ਮਾਂ ਵਿੱਚ ਪਾਇਆ ਇਹ ਤੈਨੂੰ ਕੋਈ ਤਾਕਤ ਦਿੰਦਾ, ਕੋਈ ਤੰਦਰੁਸਤੀ ਆਉਂਦੀ ਇਹਦੇ ਕਰਕੇ ਤੈਨੂੰ, ਕੋਈ ਤੈਨੂੰ ਪ੍ਰੋਟੀਨ ਮਿਲਦੇ ਹੋਣ, ਕੋਈ ਵਿਟਾਮਿਨ ਦਿੰਦਾ ਹੋਵੇ ਤੈਨੂੰ, ਕਾਹਤੋਂ ਪਾਇਆ ਤੂੰ ਇਹ ਰੋਜ਼ ਪਾਉਣੀ ਆ? ਤੇ ਕਹਿੰਦੇ ਉਹ ਬੀਬੀ ਪਤਾ ਕੀ ਆਖੇਗੀ, ਉਹ ਕਹਿੰਦੀ ਨਹੀਂ ਭਰਾਵਾ ਇਹ ਤਾਕਤ ਤਾਂ ਮੈਨੂੰ ਕੋਈ ਨਹੀਂ ਦਿੰਦਾ, ਨਾ ਇਹ ਤੋਂ ਕੋਈ ਮੈਨੂੰ ਪ੍ਰੋਟੀਨ ਮਿਲਦੇ ਆ, ਨਾ ਕੋਈ ਵਿਟਾਮਿਨ ਮਿਲਦੇ ਆ, ਨਾ ਮੇਰੇ ਸਰੀਰ ਨੂੰ ਤੰਦਰੁਸਤੀ ਕਰਦਾ ਇਹ ਸਿਰਫ ਇੱਕ ਗੱਲ ਦੱਸਦਾ ਵੀ ਮੇਰਾ ਕੋਈ ਖਸਮ ਹੈ, ਮੈਂ ਐਵੇਂ ਨਹੀਂ ਤੁਰੀ ਫਿਰਦੀ, ਮਾਲਕ ਹੈ ਮੇਰਾ ਕੋਈ। ਇਹ ਨਿਸ਼ਾਨੀ ਇਸ ਗੱਲ ਦੀ ਵੀ ਮੇਰੇ ਸਿਰ ਤੇ ਮੇਰਾ ਸਾਈਂ ਹੈ। ਉਹ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਇਹ ਕਕਾਰ ਬਿਨਾਂ ਬੋਲਿਆਂ ਦੱਸ ਦਿੰਦੇ ਆ ਪਰ ਇਹ ਕਲਗੀਧਰ ਪਾਤਸ਼ਾਹ ਦੇ ਸਿੱਖ ਨੇ ਤੇ ਇਹਨਾਂ ਦਾ ਵਾਲੀ ਬੈਠਾ, ਕੋਈ ਮਾਲਕ ਹੈ ਇਹਨਾਂ ਦਾ। ਇਹ ਐਵੇਂ ਤੁਰੇ ਫਿਰਦੇ, ਹੋਏਗਾ ਖਸਮ ਤਾਂ ਲੇਗਾ ਰਾਖ। ਜੇ ਕੋਈ ਮਾਲਕ ਹੈ ਤੇ ਉਹਦੀ ਕਿਰਪਾ ਸਾਧ ਸੰਗਤ ਜੀ ਆਪਾਂ ਨੂੰ ਸਿੱਖਾਂ ਵਿੱਚੋਂ ਨਜ਼ਰੀ ਪੈਂਦੀ, ਸਿੱਖਾਂ ਵਿੱਚੋਂ ਉਹਨਾਂ ਸਿੱਖਾਂ ਦੀਆਂ ਬਹਾਦਰੀਆਂ, ਉਹਨਾਂ ਦੀਆਂ ਸੂਰਮਗਤੀਆਂ, ਉਹਦੇ ਕਾਰਨ ਮੈਂ ਆਪਣਾ ਸਾਰਾ ਇਤਿਹਾਸ ਭਰਿਆ ਪਿਆ। ਸਾਰਾ ਇਤਿਹਾਸ ਸਿੱਖਾਂ ਦੇ ਸਾਧ ਸੰਗਤ ਜੀ ਪਾਏ ਪੂਰਨਿਆਂ ਦਾ ਭਰਿਆ ਪਿਆ, ਜਿਹਨੂੰ ਲੋਕ ਯਾਦ ਕਰਦੇ ਤੇ ਆਪਾਂ ਮਾਣ ਕਰ ਸਕਦੇ ਹਾਂ ਉਸ ਇਤਿਹਾਸ ਉੱਤੇ। ਆਪਾਂ ਮਾਣ ਕਰ ਸਕਦੇ ਹਾਂ ਆਪਣੇ ਸ਼ਹੀਦਾਂ ਉੱਤੇ ਜਿਨ੍ਹਾਂ ਨੇ ਸਿੱਖੀ ਨੂੰ ਪਿਆਰ ਕਰਦੇ ਸਾਧ ਸੰਗਤ ਜੀ ਤਰ੍ਹਾਂ ਦੇ ਬਲੀਦਾਨ ਦਿੱਤੇ। ਉਹਨਾਂ ਗੁਰਮੁਖਾਂ ਨੂੰ ਸਾਡੀ ਨਮਸਕਾਰ ਹੈ, ਕਿਉਂਕਿ ਆਪਾਂ ਤਾਂ ਸਿਰਫ ਨਮਸਕਾਰ ਹੀ ਕਰ ਸਕਦੇ ਹਾਂ ਨਾ, ਸਾਰੇ ਜਾਣੇ ਸਿਰ ਨਹੀਂ ਦੇ ਸਕਦੇ ਹੁੰਦੇ, ਪਰ ਜੇ ਸ਼ਹੀਦਾਂ ਨੂੰ ਸਾਰੇ ਯਾਦ ਤਾਂ ਕਰ ਸਕਦੇ, ਉਹ ਵੀ ਨਾ ਕਰਨ ਤੇ ਅਕਰਤ ਘਾਣ ਖਵਾਉਣਗੇ, ਫਿਰ ਯਾਦ ਤਾਂ ਕਰ ਸਕਦੇ ਨਾ ਆਪਾਂ ਜਿਨ੍ਹਾਂ ਨੇ ਇਹ ਸਾਧ ਸੰਗਤ ਜੀ ਪੂਰਨੇ ਪਾਏ ਨੇ। ਜਕਰੀਆ ਨੇ ਪੁੱਛਿਆ ਸੀ, ਜਕਰੀਆ ਨੂੰ ਪੁੱਛਿਆ ਸੀ ਨਾਦਰ ਨੇ, ਉਹਨੇ ਆਖਿਆ ਇਹ ਕਿਹੜੀ ਕੌਮ ਉੱਠ ਪਈ ਜਿਹੜੀ ਮੇਰੇ ਤੋਂ ਸਮਾਨ ਖੋਹ ਕੇ ਲੈ ਜਾਂਦੀ, ਅੱਜ ਤੱਕ ਕਿਸੇ ਦੀ ਤਾਕਤ ਨਹੀਂ ਸੀ ਮੇਰੀ ਤਲਵਾਰ ਦੇ ਅੱਗੇ ਕੋਈ ਅੜੇ, ਇਹ ਕੌਣ ਹੈ? ਤੇ ਜਕਰੀਆ ਨੇ ਆਖਿਆ ਸੀ ਇਹ ਇੱਕ ਨਵੀਂ ਕੌਮ ਉੱਠੀ ਹੈ, ਇਹਨਾਂ ਨੂੰ ਸਿੱਖ ਕਹਿੰਦੇ ਨੇ। ਉਹ ਕਹਿੰਦਾ ਸਿੱਖ ਤਾਂ ਮਾਰੋ ਇਹਨਾਂ ਨੂੰ, ਖਤਮ ਕਰੋ। ਉਹਨੇ ਕਿਹਾ ਸਾਰਾ ਜ਼ੋਰ ਲਾ ਲਿਆ ਸੀ, ਇਹ ਨਹੀਂ ਮੁੱਕਣ ਚਾਹੁੰਦੇ, ਰਹਿੰਦੇ ਕਿੱਥੇ ਆ, ਇਹਨਾਂ ਦੇ ਘਰਾਂ ਦੇ ਹਮਲੇ ਕਰੋ। ਉਹਨੇ ਹੱਸ ਕੇ ਆਖਿਆ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹੈ, ਕੋਈ ਪੱਕਾ ਟਿਕਾਣਾ ਨਹੀਂ ਇਹਨਾਂ ਦਾ, ਅੱਜ ਇੱਥੇ ਨੇ ਕੱਲ ਉੱਥੇ ਨੇ। ਫਿਰ ਉਹ ਹੈਰਾਨ ਹੋਇਆ, ਸੋਚੀ ਪੈ ਗਿਆ, ਕਹਿੰਦਾ ਅੱਛਾ ਇੰਨੀ ਤਾਕਤ ਹੈ ਇਹਨਾਂ ਕੋਲ, ਇਹ ਕੌਮ ਹੈ, ਤੇ ਫਿਰ ਇਹ ਪਤਾ ਕਰੋ ਵੀ ਇਹਨਾਂ ਨੂੰ ਇਹ ਤਾਕਤ ਮਿਲਦੀ ਕਿੱਥੋਂ ਆ। ਉਹਨੇ ਆਖਿਆ ਸਾਨੂੰ ਪਤਾ। ਨਾਦਰ ਨੇ ਪੁੱਛਿਆ ਕਿੱਥੋਂ ਮਿਲਦੀ ਹੈ? ਕਹਿਣ ਲੱਗਾ ਵੀ ਇਹ ਆਬੇ ਹਯਾਤ ਤਿਆਰ ਕਰਦੇ ਨੇ, ਇੱਕ 5 ਸਿੰਘ ਮਿਲ ਕੇ, ਜਦੋਂ ਉਹਦੇ 5 ਘੁੱਟ ਕਿਸੇ ਮੁਰਦੇ ਦੇ ਮੂੰਹ 'ਚ ਪਾ ਦਿੰਦੇ ਨੇ ਤੇ ਉਹ ਮੌਤ ਨੂੰ ਪਲੋਲਾ ਕਰਨ ਲੱਗ ਪੈਂਦਾ, ਸਾਰੀ ਸ਼ਕਤੀ ਉੱਥੋਂ ਨਿਕਲਦੀ ਹੈ। ਉਹ ਕਹਿੰਦਾ ਫਿਰ ਉਹ ਖੋਲੋ, ਉਹ ਇਹਨਾਂ ਨੂੰ ਖੋਲੋ ਆਬੇ ਹਯਾਤ, ਅੰਦਰ ਹੀ ਨੇ ਇਹਨਾਂ ਦੇ ਜਾਣ ਕੇ। ਉਹ ਕਹਿੰਦਾ ਨਹੀਂ ਅਸੀਂ ਨਹੀਂ ਖੋ ਸਕਦੇ। ਉਹ ਤੇ ਇਹਨਾਂ ਦਾ ਗੁਰੂ ਐਸੀ ਕਿਰਪਾ ਕਰਕੇ ਗਿਆ, ਜਿੱਥੇ ਇਹਨਾਂ ਦਾ ਜੀ ਕਰੇ 5 ਤਿਆਰ ਬਰ ਤਿਆਰ ਸਿੰਘ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬਹਿੰਦੇ ਨੇ ਤੇ ਉੱਥੇ ਹੀ ਆਬੇ ਹਯਾਤ ਤਿਆਰ ਕਰ ਲੈਂਦੇ ਨੇ। ਇਸ ਕਰਕੇ ਅਸੀਂ ਖੋ ਨਹੀਂ ਸਕਦੇ। ਉਹ ਕੋਈ ਪੱਕਾ ਨਹੀਂ ਨਾਲ ਚੱਕੀ ਫਿਰਦੇ, ਜਿੱਥੇ ਇਹਨਾਂ ਦਾ ਜੀ ਕਰੇ ਉਹ ਆਪਣੇ ਗੁਰੂ ਦੀ ਕਲਾਮ ਪੜ੍ਹ ਕੇ ਤਿਆਰ ਕਰ ਲੈਂਦੇ। ਉੱਥੇ ਉਹਨੇ ਕੁਝ ਅੱਖਰ ਬੋਲੇ ਸਨ, ਵਿਦਵਾਨਾਂ ਨੇ ਲਿਖੇ ਨੇ, ਆਪਾਂ ਨੂੰ ਚੇਤੇ ਰੱਖਣੇ ਚਾਹੀਦੇ ਆ। ਉਹ ਜਕਰੀਆ ਕਹਿ ਰਿਹਾ ਨਾਦਰ ਨੂੰ, ਉਹ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, इनको आबे हयात दयो है। आबे हयात तो अमृत कह रहे अपनी बोली जी, मुर्शिद इनका वली भयो है, इनको आबे हयात दयो है, ऐसी बताया कलाम गयो है जिस ते बनाए सुधा ये रह। कहते ऐसी कलाम इन्हां दा मुर्शिद दस गया, वो एडा वली सी, एडा पहुंचा होया सी इन्हां दा गुरु भाई, वो एक इन्हां नूं ऐसी कलाम दस गया भाई जिथे ये 5 सिंह मिलदे वो कलाम पढ़ के ते पानी नूं अमृत बना लेंदे। इन्नी ताकत वाली कलाम इन्हां को दे गया। ज्ञानी जी दस रहे सन जपजी साहब का महात्मा आपां नूं साध संगत जी ते सारी व्याख्या। ते मेरे मुर्शिद इनका वली भयो है, इनको आबे हयात दयो है, ऐसी बताया कलाम गयो है जिस ते बनाए सुधा जेरा, सोई पिलाए लोगन के ताई सियाल ते सिंह लेत बनाई। वो कह रहा भी गिद्दड़ नूं प्याल के सियाल गिद्दड़ नूं कहते, कहते गिद्दड़ नूं प्याल के 5 बूंदा ते शेर बना लेंदे। मैं बड़ा हैरान हां, पता नहीं की है उस बाटे दे वो 5 जेड़ियां बूंदा दे अंदर। सोई पिलाए लोगन के ताई सियाल ते सिंह लेत बनाए, गजब असर तिसका हम देखा, बोलते लोग शेर शेखा। कहते फिर मैं वो अंदर जाता, जो अमृत इन्हां दे चले जाता, ਉਹਦਾ ਫਿਰ ਮੈਂ ਅਸਰ ਇੱਕ ਬੜਾ ਗਜਬ ਦਾ ਕਮਾਲ ਦਾ ਦੇਖਿਆ। ਉਹ ਬੁੱਧਰ ਬੰਦਾ ਜਿਹੜਾ ਸਾਡੇ ਅੱਗੇ ਅੱਖਾਂ ਨਹੀਂ ਸੀ ਉੱਪਰ ਚੱਕ ਸਕਦਾ, ਬਸ ਜਦੋਂ ਅੰਮ੍ਰਿਤਧਾਰੀ ਹੋ ਜਾਂਦਾ ਤੇ ਸ਼ੇਰ ਦੀ ਤਰ੍ਹਾਂ ਗੱਜਦਾ, ਸਾਡੇ ਅੱਗੇ ਪਰਵਾਹ ਨਹੀਂ ਮੰਨਦਾ ਸਾਡੀ। ਉਹ ਕਹਿੰਦਾ ਮੇਰਾ ਡਰਦੇ ਉਹਨਾਂ ਨੂੰ ਤੇਰੀ ਪਰਵਾਹ ਨਹੀਂ ਮੰਨਦਾ, ਤਾਂ ਮੈਨੂੰ ਤਾਂ ਜਾਣਦੇ ਨਾ ਸਾਰੇ। ਮੈਂ ਜਦੋਂ ਆਉਣਾ ਸਾਰਾ ਕੁਝ ਇਹਨਾਂ ਦਾ ਖੋਹ ਕੇ ਲੈ ਜਾਣਾ, ਕਹਿੰਦੀਆਂ ਬਹੁ ਬੇਟੀਆਂ ਤੱਕ ਨੂਰ ਕੇ ਨਾਲ ਲੈ ਜਾਣਾ। ਮੇਰਾ ਨਾਂ ਨਹੀਂ ਲਿਆ ਕਿ ਲਿਆ ਸੀ ਦੱਸ ਕੇ, ਕਹਿੰਦਾ ਤੇਰਾ ਵੀ ਨਾਂ ਲਿਆ ਸੀ ਇਹਨਾਂ ਕੋਲੇ, ਤੈਨੂੰ ਕਿ ਉਹ 84 ਦਾ ਕੀੜਾ ਸਮਝਦੇ, ਇਹ ਦੋਵਾਂ ਦੇ ਕੁਝ ਨਹੀਂ ਮੰਨਦੇ ਤੈਨੂੰ। कहते अमर जान सब जीन 84
ਭਗਤ ਖੁਦ ਹੀ ਕੌਮ ਬਨਾਸੀ, ਕਹਿੰਦੇ ਖਾਲਸਾ ਵਾਹਿਗੁਰੂ ਦਾ, ਅਕਾਲ ਪੁਰਖ ਦਾ, ਇਹਦੇ ਉੱਪਰ ਕੋਈ ਨਹੀਂ। ਬਾਕੀ ਸਭ 84 ਦੇ ਕੀੜੇ ਮਕੌੜੇ ਨੇ, ਨਾਦਰ ਵਰਗੇ, ਜ਼ਕਰੀਆ ਵਰਗੇ, ਕਹਿੰਦੇ ਖਾਲਸਾ ਪ੍ਰਵਾਹ ਨਹੀਂ ਕਰਦਾ। ਇੰਨਾ ਨਿਡਰ, ਇੰਨੀ ਸੂਰਮਗਤੀ। ਸਾਧ ਸੰਗਤ ਜੀ, ਇਹ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਹੈ। ਸਿੰਘ ਨੇ ਛਕਿਆ ਤੇ ਆਪਾਂ ਸਾਰੇ ਉਹਦਾ ਇੱਕ ਇੱਕ ਬਚਨ ਸਾਧ ਸੰਗਤ ਜੀ ਸਾਹ ਰੋਕ ਕੇ ਸੁਣਦੇ ਤੇ ਬੋਲਦਾ ਵੀ ਬਹੁਤ ਕਮਾਲ ਦਾ। ਚਿੱਠੀਆਂ ਬਾਹਰ ਆਉਂਦੀਆਂ ਨਾ ਉਹਦੀਆਂ, ਪਰ ਬੜੀ ਕਮਾਲ ਕਰਦਾ। ਇੰਨੀ ਸਿਆਣ, ਇੰਨੀ ਦੂਰਅੰਦੇਸ਼ੀ, ਇੰਨੀ ਨਿਡਰਤਾ, ਇੰਨੀ ਸਾਧ ਸੰਗਤ ਜੀ ਇਹ ਸੂਰਮਤਾਈ, ਇਹ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਦੀ ਤੇ ਨਾਮ ਬਾਣੀ ਦੇ ਅਭਿਆਸ ਦੀ ਸਾਧ ਸੰਗਤ ਜੀ ਦਾਤ ਹੈ। ਉਸ ਗੁਰੂ ਨੇ ਦੇ ਸਾਧ ਸੰਗਤ ਜੀ ਪ੍ਰਕਾਸ਼ ਤੋਂ ਬਿਨਾਂ ਪਾਰ ਉਤਾਰਾ ਨੇ, ਜਿੱਥੋਂ ਮੈਂ ਇਹ ਆਪਣੀ ਬੇਨਤੀ ਪ੍ਰਾਰੰਭ ਕੀਤੀ ਸੀ। ਤਰ ਸਕਦਾ ਸਾਧ ਸੰਗਤ ਜੀ ਕੋਈ ਜੇ ਤਰਨਾ ਚਾਹੁੰਦਾ ਤੇ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ, ਉਵੇਂ ਨਹੀਂ। ਹਾਂ, ਡੁੱਬ ਸਕਦਾ ਗੁਰੂ ਸਾਹਿਬ ਜੀ ਦੇ ਹੁੰਦਿਆਂ ਵੀ। ਮਹਾਰਾਜ ਦਾ ਪ੍ਰਕਾਸ਼ ਹੈ, ਗੁਰੂ ਸਾਹਿਬ ਬਾਣੀ ਦੇ ਕੇ ਗਏ, ਸੰਗਤ ਦੇ ਕੇ ਗਏ, ਨਿਤਨੇਮ ਦੇ ਕੇ ਗਏ, ਅੰਮ੍ਰਿਤ ਦੇ ਕੇ ਗਏ, ਤੇ ਫਿਰ ਵੀ ਆਪਾਂ ਡੁੱਬ ਸਕਦੇ ਹਾਂ, ਕਿਉਂਕਿ ਆਪਾਂ ਗ੍ਰਹਿਣ ਹੀ ਨਹੀਂ ਕਰਨਾ ਇਹ ਸਾਰਾ ਕੁਝ। ਨਾ ਆਪਾਂ ਅੰਮ੍ਰਿਤ ਛਕਣਾ, ਨਾ ਨਿਤਨੇਮ ਕਰਨਾ, ਨਾ ਬਾਣੀ ਤੇ ਯਕੀਨ ਕਰਨਾ, ਨਾ ਗੁਰੂ ਨੂੰ ਗੁਰੂ ਸਮਝ ਕੇ ਸਾਧ ਸੰਗਤ ਜੀ ਦਾ ਸਤਿਕਾਰ ਕਰਨਾ, ਤੇ ਡੁੱਬ ਸਕਦੇ ਹਾਂ। ਪਰ ਗੁਰੂ ਤੋਂ ਬਿਨਾਂ ਕੋਈ ਤਰ ਗਿਆ ਹੋਵੇ, ਇਹੋ ਜਿਹਾ ਪ੍ਰਮਾਣ ਦੁਨੀਆ ਤੇ ਇੱਕ ਨਹੀਂ ਅੱਜ ਤੱਕ ਆਪਾਂ ਨੂੰ ਮਿਲ ਸਕਦਾ। ਗੁਰੂ ਸਾਹਿਬ ਜੀ ਤੋਂ ਬਿਨਾਂ ਕਿਰਪਾ ਹੋ ਹੀ ਨਹੀਂ ਸਕਦੀ। ਉਹ ਬਖਸ਼ਿਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕੀਤੀ। ਪਰ ਅੱਜ ਤਾਂ ਮੈਨੂੰ ਮਾਫ ਕਰਨਾ, ਆਪਾਂ ਨੂੰ ਕਿੰਤੂ ਪਰੰਤੂ ਖੋਲ ਲਓ ਜਿੰਨੇ ਮਰਜੀ। ਜਿਸ ਗੁਰੂ ਦਾ ਪੱਲਾ ਫੜਨ ਕਰਕੇ ਸਾਧ ਸੰਗਤ ਜੀ ਆਪਾਂ ਨੂੰ ਬੇੜਾ ਪਾਰ ਹੋਣਾ, ਆਪਾਂ ਨੂੰ ਜੀਵਨ ਮੁਕਤੀ ਦਾ ਆਨੰਦ ਮਿਲਣਾ, ਉਹਦੇ ਉੱਤੇ ਇੰਨੀ ਖੁਸ਼ਕੀ ਜ਼ਮਾਨੇ 'ਚ ਚੱਲਦੀ ਪਈ ਆ। ਉਸ ਗੁਰੂ ਤੇ ਗੁਰੂ ਕੀ ਬਾਣੀ ਤੇ ਸਾਧ ਸੰਗਤ ਜੀ ਕਿੰਤੂ ਪਰੰਤੂ। ਇੱਥੋਂ ਤੱਕ ਉੱਥੇ ਮੈਂ ਅਮਰੀਕਾ ਸਾਂ 2 ਸਾਲ ਪਹਿਲਾਂ, ਤੇ ਉੱਥੇ ਕੁਝ ਗੁਰਮੁਖ ਪਿਆਰੇ ਨੌਜਵਾਨ ਲੰਗਰ 'ਚ ਸੇਵਾ ਕਰਦੇ ਸੀ। ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇੱਥੇ ਭਾਈ ਸਾਹਿਬ ਜੀ ਅੱਜ ਬੋਲੇ ਨੇ ਗੁਰਦੁਆਰਾ ਸਾਹਿਬ, ਉਹ ਕਹਿ ਰਹੇ ਨੇ ਮਹਾਰਾਜ ਸਾਹਿਬ ਜੀ ਨੂੰ ਚੌਰ ਕਾਹਤੋਂ ਕਰਦੇ ਭਾਈ ਤੁਸੀਂ? ਇਹ ਚੌਰ ਕਰਨਾ ਤਾਂ ਬ੍ਰਾਹਮਣਵਾਦ ਹੈ। ਤੇ ਕਹਿੰਦੇ ਜੀ ਉਹਨੇ ਤਾਂ ਕਮਾਲ ਦਾ ਪ੍ਰਮਾਣ ਦਿੱਤਾ, ਤੇ ਅਸੀਂ ਸ਼ੰਕੇ 'ਚ ਪੈ ਗਏ ਕਿ ਮਹਾਰਾਜ ਨੂੰ ਚੌਰ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਮੈਂ ਬੇਨਤੀ ਕੀਤੀ ਵੀ ਦੱਸੋ ਭਾਈ ਕੀ ਕਹਿ ਗਿਆ ਉਹ ਗੁਰਮੁਖ, ਚੌਰ ਤੋਂ ਕੀ ਪਰੇਸ਼ਾਨੀ ਕਿਸੇ ਨੂੰ? ਉਹ ਕਹਿੰਦਾ ਵੀ ਉਹਨੇ ਆਖਿਆ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਨਨਾਥਪੁਰੀ 'ਚ ਉਦੋਂ ਆਖਿਆ ਸੀ ਗਗਨ ਮੈਂ ਥਾਲ ਰਾਮ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋਕ ਪਵਨ ਚਵਰੋ ਕਰੇ। ਕਹਿੰਦੇ ਮਹਾਰਾਜ ਨੇ ਉਦੋਂ ਆਖਿਆ ਸੀ ਕਿ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਸੁਦੇ ਸਿੱਧ ਹੋ ਰਹੀ ਹੈ, ਸੁਦੇ ਸਿੱਧ ਹੋ ਰਹੀ ਹੈ, ਤੇ ਚੌਰ ਹਵਾ ਕਰਦੀ ਪਈ ਹੈ, ਪਰਮੇਸ਼ਰ ਦੀ ਚੌਰ ਹੋ ਰਹੀ ਹੈ। ਤੇ ਜੇ ਗੁਰੂ ਸਾਹਿਬ ਜੀ ਪਰਮੇਸ਼ਰ ਨੇ ਫਿਰ ਚੌਰ ਦੀ ਕੀ ਲੋੜ ਹੈ? ਵੀ ਤੁਸੀਂ 1.5 ਫੁੱਟ ਦਾ ਚੌਰ ਲੈ ਕੇ ਮਹਾਰਾਜ ਤੇ ਕਰੋ, ਚੌਰ ਤਾਂ ਹੋ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਕਹਿ ਰਿਹਾ ਆਪਾਂ ਨੂੰ, ਇਸ ਕਰਕੇ ਇਹ ਚੌਰ ਸਾਹਿਬ ਕਰਨ ਦਾ ਕੀ ਲਾਭ ਹੈ? ਮੈਂ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਉਹਨੂੰ ਪੁੱਛੋ ਅੱਜ ਜਾ ਕੇ, ਜੇ ਨਾ ਗੱਲ ਬਣੇਗੀ ਤੇ ਕੋਈ ਨਹੀਂ ਮੈਂ ਆ ਜਾਵਾਂਗਾ। ਪਰ ਹੱਥ ਜੋੜ ਕੇ ਨਿਮਰਤਾ ਨਾਲ ਉਹਨਾਂ ਨੂੰ ਆਖੋ ਵੀ ਭਾਈ ਸਾਹਿਬ ਜੀ ਸਾਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਕਲਗੀਧਰ ਪਾਤਸ਼ਾਹ ਜੀ ਨੂੰ ਚੌਰ ਹੁੰਦੀ ਸੀ ਕਿ ਨਹੀਂ। ਤੇ ਜੋ ਜਵਾਬ ਦੇਣਗੇ ਤੁਸੀਂ ਫੋਨ ਸਪੀਕਰ ਤੇ ਲਾ ਕੇ ਤੇ ਫਿਰ ਮੈਨੂੰ ਸੁਣਾ ਦਿਓ, ਮੈਂ ਆਪੇ ਜਵਾਬ ਮੈਂ ਕਿਉਂ ਗੱਲ ਕਰ ਲਾਂਗਾ, ਕਿਉਂਕਿ ਮੇਰੀ ਡਿਊਟੀ ਬਣਦੀ ਇਹ। ਜਦੋਂ ਮੈਂ ਗੁਰਮੁਖਾਂ ਨੇ ਜਾ ਕੇ ਪੁੱਛਿਆ ਉਹਦੇ ਕਮਰੇ 'ਚ, ਭਾਈ ਤੁਸੀਂ ਬੋਲਿਆ ਸੀ ਵੀ ਸਟੇਜ ਤੇ ਮਹਾਰਾਜ ਨੂੰ ਚੌਰ ਨਹੀਂ ਕਰਨੀ ਚਾਹੀਦੀ, ਇਹ ਤੇ ਬ੍ਰਾਹਮਣਵਾਦ ਹੈ, ਤੇ ਐਵੇਂ ਪਖੰਡਵਾਦ ਹੈ, ਇਹ ਤੇ ਵਹਿਮ ਪੈ ਗਿਆ, ਕਿਉਂਕਿ ਚੌਰ ਤਾਂ ਹਵਾ ਕਰਦੀ ਪਈ ਹੈ। ਤੇ ਆ ਸਾਨੂੰ ਮਾੜਾ ਜਿਹਾ ਇੰਨਾ ਕਿ ਦੱਸੋ ਵੀ ਕਲਗੀਧਰ ਪਾਤਸ਼ਾਹ ਜੀ ਦੇ ਸੀਸ ਤੇ ਚੌਰ ਹੁੰਦਾ ਸੀ ਕਿ ਨਹੀਂ? ਤਾਂ ਉਹ ਮਿੰਟ ਕੁ ਚੁੱਪ ਕਰਕੇ ਉਹ ਕਹਿੰਦਾ ਕਿ ਨਹੀਂ ਮਹਾਰਾਜ ਦੇ ਸੀਸ ਤੇ ਤਾਂ ਚੌਰ ਹੁੰਦਾ ਸੀ। ਤੇ ਸਿੰਘਾਂ ਨੇ ਪੁੱਛਿਆ ਵੀ ਕੌਣ ਕਰਦਾ ਸੀ ਚੌਰ? ਉਹ ਕਹਿੰਦੇ ਜੀ ਭਾਈ ਕੀਰਤੀਏ ਦੀ ਪੱਕੀ ਡਿਊਟੀ ਸੀ, ਉਹ ਮਹਾਰਾਜ ਦਾ ਚੌਰ ਬਰਦਾਰ ਸੀ। ਪ੍ਰਸ਼ਾਦੀ ਹਾਥੀ ਵੀ ਮਹਾਰਾਜ ਨੇ ਚੌਰ ਕਰਦਾ ਸੀ, ਉਹਦਾ ਸੋਨੇ 'ਚ ਫੜ ਕੇ ਜੋੜਾ ਵੀ ਪਾਉਂਦਾ ਸੀ ਮਹਾਰਾਜ ਜੀ ਦੇ ਪੈਰੀ, ਪਰ ਪੱਕੀ ਡਿਊਟੀ ਚੌਰ ਬਰਦਾਰ ਦੀ ਭਾਈ ਕੀਰਤੀਏ ਦੀ ਸੀ। ਤੇ ਫਿਰ ਅੱਗੇ ਜਿਵੇਂ ਮੈਂ ਬੇਨਤੀ ਕੀਤੀ ਸੀ, ਸਿੰਘਾਂ ਨੇ ਆਖਿਆ ਕਿ ਜੇ ਕਲਗੀਧਰ ਪਾਤਸ਼ਾਹ ਜੀ ਤੇ ਚੌਰ ਹੋ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਕਿਉਂ ਨਹੀਂ ਹੋ ਸਕਦਾ? ਤੁਸੀਂ ਦੱਸੋ ਭਾਈ ਸਾਹਿਬ, ਫਰਕ ਕੀ ਹੈ? ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਮੱਥਾ ਨਹੀਂ ਟੇਕਿਆ, ਪ੍ਰਕਰਮਾਂ ਨਹੀਂ ਕੀਤੀਆਂ, ਆਪਣੀ ਥਾਂ ਤੇ ਗੁਰੂ ਨਹੀਂ ਬਣਾਇਆ? ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ ਵਾਂਗ ਬੇੜਾ ਪਾਰ ਨਹੀਂ ਕਰਦੇ ਸਿੱਖਾਂ ਦਾ? ਫਿਰ ਜੇ ਕਲਗੀਧਰ ਪਾਤਸ਼ਾਹ ਜੀ ਤੇ ਚੌਰ ਹੋ ਸਕਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਉਂ ਨਹੀਂ ਹੋ ਸਕਦੀ? ਤੁਸੀਂ ਜਵਾਬ ਦਿਓ। ਫਿਰ ਉਹਨੇ ਆਖਿਆ ਮੇਰੇ ਕੋਲ ਗਲਤ ਹੋ ਗਿਆ ਕੰਮ, ਕਿਉਂਕਿ ਮੈਨੂੰ ਇੱਕ ਪਾਸੇ ਦਾ ਪਤਾ ਸੀ ਤੇ ਮੈਂ ਤੇ ਉਸ ਸ਼ਬਦ ਨੂੰ ਆਧਾਰ ਬਣਾ ਕੇ ਬੇਨਤੀ ਕਰ ਦਿੱਤੀ, ਪਰ ਮੈਨੂੰ ਇਹ ਖਿਆਲ ਨਹੀਂ ਆਇਆ ਭਈ ਦਸਵੇਂ ਪਾਤਸ਼ਾਹ ਜੀ ਤੇ ਵੀ ਚੌਰ ਹੁੰਦਾ ਸੀ। ਗੁਰੂ ਸਾਹਿਬ ਜੀ ਨੂੰ ਆਪਾਂ ਚੌਰ ਛਤਰ ਤੱਕ ਦੇ ਮਾਲਕ ਕਹਿੰਦੇ ਆ, ਇਸ ਕਰਕੇ ਭਈ ਮੈਂ ਸੌਰੀ ਹਾਂ ਵੀ ਮੈਂ ਖਿਆਲ ਨਹੀਂ ਸੀ ਕੀਤਾ, ਇਸ ਕਰਕੇ ਬੋਲ ਬੈਠਾ। ਉਹਨਾਂ ਗੁਰਮੁਖਾਂ ਨੇ ਕਿਹਾ ਨਹੀਂ ਤੁਸੀਂ ਸੰਗਤ ਵਿੱਚ ਭਰਮ ਪਾਇਆ ਕਿ ਮਹਾਰਾਜ ਜੀ ਚੌਰ ਨਹੀਂ ਹੋ ਸਕਦਾ, ਤੇ ਇਹ ਭਰਮ ਸੰਗਤ ਵਿੱਚ ਹੀ ਕਿਰਪਾ ਕਰਕੇ ਕੱਢੋ। ਪਰ ਜੇ ਸੰਗਤ ਵਿੱਚ ਪਾਇਆ ਤਾਂ ਪਤਾ ਨਹੀਂ ਕਿੰਨੇ, ਕਿਉਂਕਿ ਜਿਹਨੂੰ ਪਤਾ ਸਾਧ ਸੰਗਤ ਦੀ ਥੋੜਾ ਬਹੁਤਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਭਾਵੇਂ ਆਪਾਂ ਨੂੰ 1000 ਪ੍ਰਮਾਣ ਕੋਈ ਆਣ ਕੇ ਦੇ ਦੇਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਕੋਈ ਲਾਭ ਨਹੀਂ, ਜਿਹਨੂੰ ਪਤਾ ਉਹਦਾ ਟੇਕੇਗਾ ਰੋਜ਼। ਪਰ ਜਿਹੜਾ ਨਵਾਂ ਤੁਰਿਆ ਹੁੰਦਾ ਉਹ ਵਿਚਾਰੇ ਦਾ ਫਿਰ ਜ਼ਿਆਦਾ ਕੰਮ, ਕਿਉਂਕਿ ਪ੍ਰਮਾਣ ਕਹਿੰਦੇ ਨਾ ਪੱਥਰ ਨਾਲ ਉਹਨਾਂ ਪ੍ਰਮਾਣਾ ਕਰਕੇ ਫਿਰ ਕਈ ਵਾਰੀ ਜਿਹੜਾ ਨਵਾਂ ਜਿਹੜਾ ਅਸੀਂ ਚੱਲਿਆ ਹੁੰਦਾ ਉਹ ਸਾਧ ਸੰਗਤ ਜੀ ਫਿਰ ਵਿਚਾਰਾ ਉਹ ਪਿੱਛੇ ਦਾ ਪਿੱਛੇ ਰਹਿ ਜਾਂਦਾ ਉਹਨਾਂ ਪ੍ਰਮਾਣਾਂ ਨੂੰ ਮੰਨ ਕੇ।
फिर उन्होंने गुरमुखा ने आख्या अगले दिन भाई ठीक है जी मैं कल इस विषय पर बोलिया सा तो मैं एक पक्ष विचारिया सी दूसरा नहीं गुरु ग्रंथ साहब महाराज जी ने चौड़ बिल्कुल होना चाहिए क्योंकि सतगुरां नूं हुंदा सी ते गुरु ग्रंथ साहब ते साध संगत जी फिर 10 पातशाहों में फर्क कोई नहीं है क्योंकि महाराज साहब जी बचन करके गए उन्होंने वचन है दूसरा रूप ग्रंथ जी जान तिनके अंग मेरे कर मान जो सिर्फ मुझ दर्शन की चाहे दर्शन करे ग्रंथ जी आहे सतगुरां ने वचन किए हैं गुरु ग्रंथ साहब मेरा रूप है शब्द रूप है मैं गुरु की बाणी एवं गुरु रामदास साहब जी ने आख्या भावे तख्त पे सभायमान 10वें पातशाह जी करके गए पर जिस दिन शब्द साहब संगत जी महाराज साहब जी का होंद च आया शब्द नूं गुरु तो उदों नहीं आख दिता गुरु साहब जी ने गुरु रामदास महाराज जी कहते हैं बाणी गुरु है बाणी सिर्फ कहने लिए नहीं मनण लिए बाणी मनण वास्ते गुरु है सिर्फ मूँह कहने नाल नहीं वो कहते बाणी गुरु है बाणी बिच बाणी अमृत सारे गुरबाणी कहे सेवक जन मन है गुरबाणी जो वचन करती है सिख मानता तो साध संगत को कल्याण है ਉਹਦਾ ਭਲਾ ਤੇ ਫਿਰ ਜੇ ਇਹੋ ਜਿਹੇ ਕਿੰਤੂ ਪਰੰਤੂ ਫਿਰ ਜੇ ਉਹ ਕਿੰਤੂ ਪਰੰਤੂ ਫੋਰਨੇ ਤੇ ਕੱਲ ਇੱਥੇ ਕੁਝ ਗੁਰਮੁਖਾਂ ਨੇ ਇੱਕ ਭੈਣ ਜੀ ਨੇ ਸਵਾਲ ਕੀਤਾ ਸੀ ਤੇ ਕੁਝ ਗੁਰਮੁਖ ਕਹਿੰਦੇ ਪੰਜਾਂ ਪਿਆਰਿਆਂ ਨੂੰ ਐਦਾਂ ਨਹੀਂ ਕਹਿਣਾ ਚਾਹੀਦਾ ਮੈਂ ਹੈਰਾਨ ਹੋ ਗਿਆ ਵੀ ਪੰਜਾਂ ਪਿਆਰਿਆਂ ਤੇ ਵੀ ਲੋਕ ਪ੍ਰਸ਼ਨ ਕਰਦੇ ਉਹਨਾਂ ਨੇ ਐਦਾਂ ਨਹੀਂ ਕਹਿਣਾ ਕਿਸੇ ਇੱਕ ਬੰਦੇ ਦੀ ਤਾਕਤ ਹੈ ਪੰਜਾਂ ਪਿਆਰਿਆਂ ਨੂੰ ਪ੍ਰਸ਼ਨ ਕਰੇ ਵੀ ਤੁਸੀਂ ਆ ਕਿਉਂ ਕਹਿੰਦੇ ਜੀ ਹਾਂ ਜੇ ਕਹਿਣਾ ਤਾਂ ਚਲੋ ਉਹਨਾਂ ਕੋਲ ਪੇਸ਼ ਹੋ ਕੇ ਆਖਿਆ ਜਾਵੇ ਵੀ ਆਹ ਜੀ ਬੇਨਤੀ ਇਹ ਤੁਸੀਂ ਕਿਉਂ ਕਹਿੰਦੇ ਜੀ ਹਾਲਾਂਕਿ ਕਿਉਂ ਪੰਜਾਂ ਪਿਆਰਿਆਂ ਤੇ ਲੱਗ ਸਕਦਾ ਨਹੀਂ जो पांच प्यारे कहते हैं अपने को कुछ नहीं कहते गुरु की मर्यादा कहते होंगे उन्होंने उत्ते भी किंतु लगे गुरु ग्रंथ साहब जी के भी किंतु लगे बाणी के भी फिर भी असं सिख हाँ बड़ी चढ़ती कला सिखा की इदा आप सिख नहीं साध संगत जी गुरु साहब जी ने बख्शिश की है साढ़े उत्ते एक विशेष कृपा की महाराज साहब जी आप कह सकते हैं क्योंकि जो बंदे का अंदर कुछ होता कहता जी देखो जी ये गुरु साहब जी का सत्कार है तो एवं मन की कमजोरी का ना रब रख लिया तुसा कोई है नहीं पर मैं पुछदा बेनती करके कोई अपने को दलील नहीं सिर्फ गुरु की बाणी विचों ते इतिहास चों मैं प्रमाण लवांगा कि गुरु साहब जी गुरबाणी का सत्कार नहीं करके गए बाहरी सत्कार अंदर की तो बाद गल करते हैं ना कि बाहरी सत्कार गुरु साहब जी बाणी का करके गए कि नहीं कोई इतिहासक प्रमाण दे सकते हैं कि महाराज साहब जी ने साध संगत जी ऐसा ही मोढ़े ते रख लिया गुरु साहब जी का स्वरूप ते जिथे मर्जी नहीं फिरते हो बकायदा गुरु साहब जी ने पूरा अदब किया ते नाल आख्या सी मेरे शरीर ते जाते है दीर्घ साहिब जान अदायब है हुक्म करके गए महाराज साडे शरीर नालों वध गुरबाणी दा अदब करना साडे शरीर नालों वध महाराज साहब जी ने 7वें पातशाह जी ने आख्या सी जो जिन भै बाणी अदब धारा जानो सो सिख नहीं हमारा ते असीं आखी मेरे मन च सत्कार है बाहरों मैनूं हथ जोड़न लग्या संग आउंदी है मत्था टेकण ते मैनूं लोग मखौल करनगे जोड़ा लाया ते पता नहीं दुनिया ने की आख देना ते परिक्रमा कीतियां ते आखणगे चक्कर कढी जांदा महाराज दे दुआले इहनूं की वहम पै गया मैं प्रमाण मैं पहला बेनती की है कि दलील अपने को नहीं मैं देनी मैं भाई गुरदास जी का दसदा वो कहते परिक्रमा करनी है कि नहीं करनी है महाराज जी वो कहते चिरंकाल मानस जन्म नर मोल पाए सफल जन्म गुर चरण शरण कै नेत्र अमोल गुर दर्श अमोल देखै श्रवण अमोल गुर शब्द धारण कै रसना अमोल गुर मंत्र सिमरन कै नास का अमोल चनार बिंद वासना कै हस्त अमोल सतगुरु सेव कै सफल चरण अमोल प्रदर्शना करना है भाई गुरदास जी का वचन वो कहते गुरमुखो गुरु की परिक्रमा कीतियां चरणों की पवित्रता बनती वो कहते सेवा की हाथों की पवित्रता दर्शन कीतियां नेत्रों की पवित्रता शब्द सुनिया कन्नां की पवित्रता बनती है ये कोई वहम नहीं पहला बाहरी सत्कार 5वें पातशाह जी ने जिस दिन प्रकाश किया तो नगर कीर्तन की शक्ल में लैके आए महाराज साहब जी राम साहब तो हरमंदर साहब तक ढोलकियां छैने वजदे आए महाराज जी गुरु ग्रंथ साहब जी के स्वरूप अगे हालांकि उत्ते शरीर करके 5वें पातशाह खुद हाजिर ने मौके ते पर गुरबाणी का इन्ना सत्कार अगला सब प्रकाश कर दिता बाबा बुढ़ा जी ने मुख लै लिया दिने कीर्तन होंदा रहा कथा हुई रात को सोखासन किया बाबा बुढ़ा जी ने पूछा 5वें पातशाह जी ने स्थापन कित्थे करिए जी हुण ते 5वें पातशाह जी ने आख्या कोटली साहब जिथे साडा पलंगा असीं दिने दोपहरे आराम करते हैं उत्थे गुरु ग्रंथ साहब जी के स्वरूप की विछाई करके उत्थे करो क्या आख्या महाराज जी फिर तुहाडे दूजा पलंगे का प्रबंध कर देंगे तो महाराज ने कहा नहीं अज तो बाद जिस पलंगे उत्ते गुरु ग्रंथ साहब जी एक बार स्थापन हो गए असं वो नहीं बैठांगे वो थले चादर विछा दो उत्थे आराम कर लिया करेंगे कि ये बारिश सत्कार करके नहीं दिखाया महाराज ने अज तक वो चादर विछदी हुण भी जाओगे जो कोठा साहब उदों कोटली साहब से हुण आपां कोठा साहब कहने उत्थे ही स्वरूप रोज जाता हरमंदर साहब के उत्थे ही आउंदा जे जी तो हुण जाके देखियो पलंगे थले चादर विछी होंदी सिर्फ इस निशानी वजों कि 5वें पातशाह उस पलंगे के थले ही विराजदे सी दोपहरे जदों 2 घड़ी आराम करते सी ऊपर नहीं बैठे क्यों पलंगा तो खाली सी ना दिने तो गुरु ग्रंथ साहब का स्वरूप चले जाता सी हरमंदर साहब
ਤੇ ਮਹਾਰਾਜ ਜੀ ਨੇ ਆਰਾਮ ਤਾਂ ਦਿਨੇ ਕਰਨਾ 2 ਘੜੀਆਂ, ਰਾਤ ਆਪਣੇ ਮਹੱਲਾ 'ਚ ਚਲੇ ਜਾਂਦੇ ਆ ਗੁਰੂ ਕੇ ਮਹਿਲ ਗੁਰਦੁਆਰਾ ਜਿੱਥੇ। ਸਿਰਫ ਦੁਪਹਿਰੇ ਆਰਾਮ ਕਰਦੇ ਸੀ, ਕਿਉਂਕਿ ਦੁਪਹਿਰੇ ਮਹਾਰਾਜ ਸਾਰਾ ਦਿਨ ਉੱਥੇ ਰਹਿੰਦੇ। ਤੇ ਪਲੰਘਾ ਖਾਲੀ ਹੈ ਤੇ ਕਿਉਂ ਨਹੀਂ ਪੰਜਵੇਂ ਪਾਤਸ਼ਾਹ ਜੀ ਉਸ ਪਲੰਘੇ ਤੇ ਪੈ ਸਕਦੇ 2 ਘੜੀਆਂ? ਕਿਉਂਕਿ ਉਹਨਾਂ ਦੀ ਆਪਣੀ ਬਾਣੀ ਆ, ਉਹ ਖੁਦ ਗੁਰੂ ਆ ਤੇ ਬਾਣੀ ਵੀ ਗੁਰੂ ਆ, ਬਾਣੀ ਉਹਨਾਂ ਦੇ ਅੰਦਰੋਂ ਪ੍ਰਗਟ ਹੋਈ। ਤੇ ਮਹਾਰਾਜ ਨੇ ਇੰਨਾ ਅਦਬ ਕੀਤਾ, ਕਹਿੰਦੇ ਨਹੀਂ, ਇੱਕ ਵਾਰ ਜਿਸ ਸਿੰਘਾਸਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨ ਹੋ ਗਿਆ ਉਹਦੇ ਤੇ ਅਸੀਂ ਨਹੀਂ ਬੈਠਾਂਗੇ, ਕਿਉਂਕਿ ਸਾਡੇ ਸਰੀਰ ਨਾਲੋਂ ਬਾਣੀ ਵੱਧ ਸਤਿਕਾਰਯੋਗ ਹੈ। ਤੇ ਬਾਰੀ ਸਤਿਕਾਰ ਕਰਕੇ ਦੱਸਿਆ ਤੇ ਆਪਾਂ ਨੂੰ ਸਾਧ ਸੰਗਤ ਜੀ ਉਹ ਕਿੰਤੂ ਪਰੰਤੂ ਫੁਰ ਸਕਦੇ ਆ। ਹਰ ਇੱਕ ਦਾ ਮਨ ਆਪਣਾ ਆਪਣਾ, ਪਰ ਇਤਿਹਾਸ ਆਪਣੇ ਕੋਲ ਪ੍ਰਮਾਣ ਵਜੋਂ ਤੇ ਗੁਰਬਾਣੀ ਕਸੌਟੀ ਹੈ ਆਖਰੀ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਧ ਸੰਗਤ ਫਿਰ ਉਸ ਬਾਣੀ ਦਾ ਅਭਿਆਸ ਕਰੇ। ਮੈਂ ਤਾਂ ਇਹ ਬੇਨਤੀ ਕੀਤੀ, ਉਹਨੇ ਬਾਣੀ ਪੜ੍ਹੀ ਹੈ, ਉਹਦੀ ਭੈਣ ਦੱਸਦੀ ਪਈ ਸੀ ਕਿੰਨੇ ਸਾਲ ਹੋ ਗਏ ਨੇ ਬਾਣੀ ਪੜ੍ਹਦੇ ਆ। ਉਹਨੇ ਸਾਲਾਂ ਦੀ ਇਹ ਪ੍ਰਕਿਰਿਆ ਨਹੀਂ ਹੋਈ, ਬਾਣੀ ਪੜ੍ਹਦਾ ਪਿਆ ਸੀ, ਪਰ ਜਿਸ ਦਿਨ ਅੰਮ੍ਰਿਤ ਛਕ ਲਿਆ ਉਸ ਤੋਂ ਬਾਅਦ ਇੱਕਦਮ ਸਾਧ ਸੰਗਤ ਜੀ ਫਿਰ ਜਦੋਂ ਬਾਹਰ ਪ੍ਰਗਟ ਹੋਇਆ ਤੇ ਕਮਾਲ ਕਰ ਦਿੱਤੀ ਸਿੰਘ ਨੇ। ਬਾਣੀ ਤਾਂ ਪਹਿਲਾਂ ਵੀ ਪੜ੍ਹਦਾ ਸੀ, ਅਭਿਆਸ ਨਾਮ ਕਰਦਾ ਪਿਆ, ਉਹਦੀ ਭੈਣ ਦੱਸਦੀ ਪਈ ਸੀ, ਪਰ ਫਿਰ ਉਹਨੇ ਅੰਮ੍ਰਿਤ ਛਕਿਆ, ਆਪ ਬੇਨਤੀ ਕੀਤੀ। ਫਿਰ ਉੱਥੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਗਿਆ, ਫਿਰ ਉਹਨੇ ਛਕਿਆ ਸਿੰਘ ਨੇ। ਫਿਰ ਉਸ ਸਿੰਘ ਦੀ ਸਾਧ ਸੰਗਤ ਜੀ ਤੁਸੀਂ ਦ੍ਰਿੜਤਾ ਦੇਖੋ, ਇਹ ਕਿਰਪਾ ਆਪਣੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਰੂਪ ਵਿੱਚ ਕਰਕੇ ਗਏ ਆ। ਇਸ ਲਈ ਗਿਆਨੀ ਜੀ ਨੇ ਸਾਰਿਆਂ ਨੂੰ ਵਧਾਈ ਦਿੱਤੀ ਸੀ, ਉਹਨਾਂ ਦਾ ਧੰਨਵਾਦ ਕੀਤਾ ਸੀ ਜਿਹੜੇ ਕੱਲ ਮਹਾਰਾਜ ਜੀ ਦੇ ਪਰਿਵਾਰ 'ਚ ਸ਼ਾਮਲ ਹੋਏ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਸਾਧ ਸੰਗਤ ਜੀ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ। ਅੱਗੇ ਫਿਰ ਗੁਰੂ ਸਾਹਿਬ ਜੀ ਦੀ ਡਿਊਟੀ ਬਣ ਜਾਂਦੀ। ਸਿੱਖ ਨੇ ਤਾਂ ਉਹੀ ਕਰਨਾ, 5 ਪਿਆਰਿਆਂ ਕੋਲ ਆ ਜਾਣਾ ਤੇ ਫਿਰ ਜਿਨ੍ਹਾਂ ਨੇ ਇਤਨੇ 5 ਪਿਆਰੇ ਦੱਸਦੇ ਉਹਨੂੰ ਕਰੀ ਜਾਣਾ, ਵਾਹਿਗੁਰੂ ਵਾਹਿਗੁਰੂ ਕਰਨਾ। ਅੱਗੇ ਗੁਰੂ ਸਾਹਿਬ ਜੀ ਦੀ ਡਿਊਟੀ ਫਿਰ ਉਹਨਾਂ ਨੇ ਸਿੱਖ ਨੂੰ ਸਾਧ ਸੰਗਤ ਜੀ ਕਿੱਥੇ ਲਿਜਾਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਇਸ ਲਈ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ ਸਾਧ ਸੰਗਤ ਜੀ ਆਪਾਂ ਸਾਰਿਆਂ ਨੇ ਪਾਰ ਉਤਰਨਾ। ਉਵੇਂ ਕੋਈ ਪਾਰ ਉਤਾਰੇ ਦਾ ਸਾਧਨ ਨਹੀਂ ਜੀ। ਮੈਂ ਬੇਨਤੀ ਫਿਰ ਕੀਤੀ 2 ਵਾਰ, ਅੱਗੇ ਤੀਸਰੀ ਵਾਰ ਕਰਦਾ ਵੀ ਗੁਰੂ ਤੋਂ ਬਿਨਾਂ ਕੋਈ ਪਾਰ ਨਹੀਂ ਉਤਰ ਸਕਦਾ। ਗੁਰੂ ਸਾਹਿਬ ਜੀ ਦੇ ਹੁੰਦਿਆਂ ਹਜ਼ਾਰਾਂ ਡੁੱਬ ਸਕਦੇ ਆ, ਕਿਉਂਕਿ ਨਹੀਂ ਮਹਾਰਾਜ ਦਾ ਪੱਲਾ ਫੜਨਾ ਤੇ ਡੁੱਬ ਜਾਵਾਂਗੇ। ਮਹਾਰਾਜ ਜੀ ਨੇ ਤਾਂ ਅਵਤਾਰ ਸਾਡੇ ਭਲੇ ਲਈ ਲਿਆ। ਆਪਾਂ 10 ਪਾਤਸ਼ਾਹੀਆਂ ਦੇ ਸਰੂਪਾਂ ਦਾ ਅਗੇ ਨਿਰਣਾ ਕਰਕੇ ਭਾਈ 239 ਸਾਲ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ, ਕੀ ਕੀਤਾ? ਕਾਹਦੇ ਲਈ 10 ਸਰੂਪ ਧਾਰੇ ਮਹਾਰਾਜ ਨੇ? ਗੁਰੂ ਸਾਹਿਬ ਜੀ ਦਾ ਕੋਈ ਨਿੱਜੀ ਸਵਾਰਥ ਨਹੀਂ। ਜੇ ਸਾਧ ਸੰਗਤ ਨੇ ਨਿਕਲਣਾ 245 ਸਾਲਾਂ ਦੇ ਸਮੇਂ ਵਿੱਚ ਇੱਕੋ ਇੱਕ ਹੀ ਕਾਰਨ ਸਮਝ ਵਿੱਚ ਆਉਂਦਾ ਕਿ ਕਿਸੇ ਤਰ੍ਹਾਂ ਸੰਸਾਰ ਦੇ ਜੀਵਾਂ ਦਾ ਭਲਾ ਹੋ ਜਾਏ, ਤਾਂ ਅਵਤਾਰ ਲਿਆ ਮਹਾਰਾਜ ਨੇ। ਬਾਣੀ ਉਚਾਰਨ ਕੀਤੀ ਸਿਰਫ ਇਸ ਲਈ ਵੀ ਭਲਾ ਹੋ ਜਾਵੇ। ਸੰਗਤ ਚਲਾਈ ਮਹਾਰਾਜ ਨੇ ਸਿਰਫ ਇਸ ਵਾਸਤੇ ਭਲਾ ਹੋ ਜਾਏ ਸਿੱਖਾਂ ਦਾ। ਨਿਤਨੇਮ ਦਿੱਤਾ ਤੇ ਸਿਰਫ ਇਸ ਵਾਸਤੇ ਸਿੱਖਾਂ ਦਾ ਭਲਾ ਹੋ ਜਾਏ। ਤੇ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਦੀ ਕਿਰਪਾ ਕੀਤੀ। ਫਿਰ ਆਪਾਂ ਵੱਡੇ ਭਾਗਾਂ ਵਾਲੇ ਕਹਿ ਸਕਦੇ ਹਾਂ ਆਪਣੇ ਆਪ ਨੂੰ ਵੀ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰਮੁਖਾਂ ਤੋਂ ਸਾਧ ਸੰਗਤ ਜੀ ਸਰਵਣ ਕੀਤਾ ਸੀ। ਤੇ ਕੀਰਤਨ ਦਾ ਮਹਾਤਮ ਵੀ ਗਿਆਨੀ ਜੀ ਦੱਸਦੇ ਪਏ ਸੀ। ਮਹਾਰਾਜ ਨੇ ਬਚਨ ਕੀਤੇ ਨੇ ਕਥਾ ਕੀਰਤਨ ਸੁਖਦਾਈ। ਗੁਰੂ ਸਾਹਿਬ ਜੀ ਦੇ ਆਪਣੇ ਹੋਏ ਕਲਿਆਣ ਦੇ ਮਾਰਗ ਇੱਕ ਕਥਾ ਤੇ ਕੀਰਤਨ ਮਹਾਰਾਜ ਨੇ ਚਲਾਏ। ਕੀਰਤਨ ਗੁਰੂ ਸਾਹਿਬ ਜੀ ਨੇ ਕੀਤਾ, ਕਥਾ ਗੁਰੂ ਸਾਹਿਬ ਜੀ ਨੇ ਕੀਤੀ, ਪੂਰੀ ਗੁਰਬਾਣੀ ਦੀ ਕੀਤੀ। 10ਵੇਂ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਸਾਰੀ ਗੁਰਬਾਣੀ ਦੀ ਕਥਾ ਆਪਣੇ ਪੁੱਤਰ ਰਸਨਾ ਤੋਂ ਕੀਤੀ। ਕੀਰਤਨ ਖੁਦ ਸਰਦਾ ਲੈ ਕੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਕਰਦੇ ਨੇ। ਕੀਰਤਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਕਲਿਆਣ ਦਾ ਮਾਰਗ ਆਪਣੇ ਨੇੜੇ ਕਰ ਦਿੱਤਾ। ਗਾਇਆ ਇਹ ਨਾ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ, ਕੋਈ ਧੂਣੀਆਂ ਨਹੀਂ ਤਪਾਈਆਂ, ਕੋਈ ਜਲ ਧਾਰੇ ਨਹੀਂ ਕੀਤੇ ਮਹਾਰਾਜ ਜੀ ਨੇ, ਕੋਈ ਪੁੱਠੇ ਨਹੀਂ ਲੜਕੇ, ਗੁਰਬਾਣੀ ਦਾ ਕੀਰਤਨ ਕੀਤਾ। ਉਸ ਕੀਰਤਨ ਨੂੰ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਲਿਆਣ ਦਾ ਮਾਰਗ ਬਣਾ ਦਿੱਤਾ। ਉਸੇ ਕੀਰਤਨ ਦੀ ਵਿਆਖਿਆ ਨੂੰ ਕਥਾ ਆਖਿਆ ਸਤਿਗੁਰੂ ਜੀ ਨੇ। ਤੇ ਉਸ ਕਥਾ ਨੂੰ ਸਾਧ ਸੰਗਤ ਜੀ ਫਿਰ ਮੁਕਤੀ ਦਾ ਮਾਰਗ ਦੱਸ ਦਿੱਤਾ। ਕਹਿੰਦੇ ਇਹ ਸਿੱਖਾਂ ਵਿੱਚ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਮਰਿਆਦਾ ਪ੍ਰਚਲਿਤ ਹੈ ਕੀਰਤਨ ਦੀ ਔਰ ਕਥਾ ਦੀ। ਤੇ ਗੁਰੂ ਸਾਹਿਬ ਜੀ ਨੇ ਆਪਣੇ ਤੇ ਬਖਸ਼ਿਸ਼ ਕੀਤੀ। ਕੀਰਤਨ ਤੋਂ ਸਰਵਣ ਕੀਤਾ ਗੁਰਮੁਖਾਂ ਤੋਂ, ਬਹੁਤ ਰਸ ਭਿੰਨਾ ਕੀਰਤਨ ਕੀਤਾ ਉਹਨਾਂ ਦੋਨਾਂ ਗੁਰਮੁਖਾਂ ਨੇ ਸਾਧ ਸੰਗਤ ਜੀ। ਹੋਰ ਵੀ ਸਾਰੇ ਚੜ੍ਹਦੀ ਕਲਾ ਵਾਲੇ ਨੇ। ਤੇ ਗਿਆਨੀ ਜੀ ਤੋਂ ਆਪ ਜੀ ਨੇ ਫਿਰ ਕੁਝ ਬਚਨ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਬਾਬਤ ਸੁਣੇ। ਉਹਨਾਂ ਜਪਜੀ ਸਾਹਿਬ ਦੇ ਬਾਬਤ ਬਹੁਤੇ ਬਚਨ ਕੀਤੇ ਆ, ਅੱਖਰ ਲਗਾ ਮਾਤਰਾ ਸਾਰਾ ਕੁਝ ਦੱਸਿਆ। ਪਰ ਮੈਂ ਤੁਹਾਡੇ ਨਾਲ ਇੱਕ ਨੁਕਤਾ ਭਾਈ ਸੰਤੋਖ ਸਿੰਘ ਜੀ ਦਾ ਸਾਂਝਾ ਕਰਦਾ, ਕਿਉਂਕਿ ਆਪਾਂ ਸਿੱਖ ਕੌਮ ਸਾਰੇ। ਉਹ ਕਹਿੰਦੇ ਨੇ ਸਿੱਖਾਂ ਦੇ ਘਰ ਦਾ ਜਨਮ ਹੋਵੇ ਤੇ ਸਿੱਖ ਨੂੰ ਜਪਜੀ ਸਾਹਿਬ ਨਾਮ ਦਾ ਹੋਵੇ, ਤੇ ਕਿਵੇਂ ਸਿੱਖ ਖਵਾ ਸਕਦਾ ਫਿਰ ਉਹ? ਆਪਾਂ ਕਹਿ ਸਕਦੇ ਜੀ ਸਿੱਖ ਸਾਨੂੰ ਬਾਣੀ ਕੰਠ ਨਹੀਂ ਹੁੰਦੀ, ਆਖ ਸਕਦੇ ਕਈ ਗੁਰਮੁਖ ਕਹਿੰਦੇ ਜੀ ਬਾਕੀ ਤਾਂ ਚੱਲ ਜਾਂਦਾ ਕੰਮ ਸਾਰਾ, ਪਰ ਜਾਪ ਸਾਹਿਬ ਕੰਠ ਨਹੀਂ ਹੁੰਦਾ। ਠੀਕ ਹੈ, ਮਹਿੰਗੀ ਹੈ ਬਾਣੀ ਜਾਪ ਸਾਹਿਬ, ਥੋੜਾ ਮਿਹਨਤ ਤੋਂ ਵਾਧਾ ਹੁੰਦਾ, ਪਰ ਇਹ ਨਹੀਂ ਕਿ ਹੁੰਦਾ ਨਹੀਂ। ਸਭ ਕੁਝ ਆਪਾਂ ਕੰਠ ਕਰ ਲੈਂਦੇ ਆ। ਕੰਪਿਊਟਰ ਚਲਾਉਣਾ ਆਪਾਂ ਨੂੰ ਕੋਈ ਜਨਮ ਤੋਂ ਨਹੀਂ ਆਉਂਦਾ ਹੁੰਦਾ, ਬਾਅਦ 'ਚ ਸਿੱਖਦੇ ਆਪਾਂ। ਗੱਡੀ ਚਲਾਉਣੀ ਬਾਅਦ 'ਚ ਸਿੱਖਦੇ ਹਾਂ। ਕੋਈ ਲਾਅ ਕਰਦਾ, ਕੋਈ ਡਾਕਟਰ ਬਣਦਾ, ਕੋਈ ਸਾਇੰਟਿਸਟ ਬਣ ਜਾਂਦਾ ਸਾਧ ਸੰਗਤ ਜੀ। ਸਾਰਾ ਕੁਝ ਯਾਦ ਕਰਕੇ ਸਿੱਖ ਕੇ ਮਿਹਨਤ ਕਰਕੇ ਬਣਦੇ ਆ। ਤੇ ਜੇ ਇਹ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਬਾਣੀ ਪੜ੍ਹੀਏ ਤਾਂ ਕੀ ਉਹ ਕੰਠ ਨਾ ਹੋਵੇਗੀ? ਬਹੁਤ ਕੁਝ ਕੰਠ ਆਪਾਂ ਕਰ ਲੈਂਦੇ ਆ,
तो फिर जपजी साहब, जाप साहब या नित्य दी बाणियां क्यों नहीं कंठ हो सकदियां जे पढ़ीए ते पढ़न करके बाणी कंठ हुंदी है। तो बाकी अरदास करनी महाराज जी के चरणों च नाल महाराजा रणजीत सिंह कोल गया सी साध संगत जी महापुरुषों को मिलने वास्ते। उन्होंने नाम तो होर सी पर प्रेम में उन्होंने कहते बाबा दुख भंजन जी मिलने वास्ते गया, क्योंकि प्रेमी सी वो नाम जपण वालियां दा हरबंदर साहब के रागी सिंघां नूं मिल जाता सी स्पैशल। उन्होंने बिठाया कोल तो पुछया रणजीत सिंह की हाल चाल है? कहता जी गुरु नानक पातशाह जी की बहुत कृपा। वो कहते किदां? कहता देखो किन्ने हज़ार मुरब्बे मील से मेरा राज चलता पिया, महाराज की कृपा ही है। किन्ने मेरे को सिख जरनैल ने, किन्ने फ्रांसीसी जरनैल ने, किन्नी मेरे को हाथियों की फौज है, किन्नी घोड़सवार फौज है, किन्नी पैदल सेना मेरे को, किन्ने मेरे हीरे जवाहरात पे ने खजानिया में, सारा कुछ करके दसिया। तो महापुरुष कहते भाई एक बार फिर गिणो की है? उन्हें फिर सारा कुछ गिणिया जी, इन्ने हज़ार मुरब्बे मील से मेरा राज है, इन्नी मेरे को घोड़िया की सेना, इन्नी पैदल सेना, इन्नी हाथियों की सेना, इन्ने सिख जरनैल ने, आह कुछ मेरे खजानिया पिया, कोई नूं हीरा मैं डोले ते बन के रखदा, एक थाल मोतियां का मैं राजे हीरा सिंह को रोज दान करदा, ये सारी गुरु नानक पातशाह जी की कृपा। वो कहते अच्छा अच्छा ये सारी गुरु नानक पातशाह जी की कृपा है? कहता जी हाँ। वो कह लगे भी पर गुरु नानक पातशाह जी का उचारिया हुआ एक जपजी साहब भी है, वो तेन आउंदा? तो चुप कर गया। कहता जी अरदास करो मैनूं जपजी साहब भी आउण लग पवे। वो कहते इन्ना कुछ तू चेते किया, किन्ने जरनैल, किन्ने हाथी, किन्ने घोड़े, किन्ने हीरे जवाहरात, जपजी साहब नहीं चेते? कहता जी नहीं। कहते फिर मैं नहीं मानता गुरु नानक पातशाह जी की कृपा। तू 3 बारी आख्या गुरु नानक पातशाह जी की कृपा। मैं कृपा उदन मनांगा जिदन गुरु नानक पातशाह जी का जपजी साहब भी तेन इस तरह याद हो जाएगा जिवें बाकी सारी लिस्ट याद करी बैठा। फिर मैं कह सकता हाँ तेरे ते गुरु नानक पातशाह जी की कृपा। वो भी और ये भी। भाई संतोख सिंह जी कहते सिख गुरु का हो गया जपजी कंठ ना कीन, तुख बिन तंदल काम के जन्म अकाल कीन, उन्होंने ये दलील है। वो कहते गुरु का सिख हो तो जपजी साहब आउंदा ना हो, किवें हो सकता? हाँ ये कोई करैत नहीं, कोई जन्म तो नहीं किसी ने बाणी कंठ होंदी, हौली हौली आ जाती। महाराज जी का पल्ला फड़िए बाणी पढ़िए पढ़ करके आउगी ना, आखिर आ जाए। अज किसी को नहीं आता तो कोई वो हीन भावना महसूस ना करे, पर अगर अज तो पढ़नी शुरू कर दे तो साध संगत जी महीने जपजी साहब कंठ हो जाएगा। प्रेम नाल महाराज जी की बाणी पढ़ लग पे तो गुरु साहब जी की कृपा, क्योंकि बाणी में गुरु साहब आप वरतते पे है। बाणी गुरु गुरु है बाणी, उससे बाणी को कंठ करनी, उससे बाणी अगे अरदास करनी। आप महाराज तुसीं कृपा करनी है, आप पढ़ नहीं सकते, ये भी मजबूरी हो सकती है, पर सुन सकते हैं। हम तो बड़े साधन ने अपने को सुन के साध संगत जी सूरमे सिंघां ने 150 शब्द कंठ किया। हरबंदर साहब जो रागी सिंह है ना, उन्होंने दिसदा नहीं अखा तो देख थोड़ सकते, बाणी देख के नहीं पढ़ सकते। वो सूरमे सिंह ने तुसीं सुनिया कीर्तन भाई बंता सिंह होना दा किन्ने शब्द उन्होंने कंठ ने सुन के कीते उन्होंने सारे कंठ। उवें तो ब्रेल लिपि भी हुंदी है उन्होंने पढ़ लई, पर वो कहते मैं सारी बाणी सुन के कंठ की। मैंने एक रागी सिंह मिले से भाई दलजीत सिंह बाबे बकाले वाले उत्थे USA, वो कहते मैं 2 बार शब्द सुन लवां तो मेरे कंठ हो जाता। टेप ला के शब्द सुन लेंगे ध्यान नाल एकाग्रता नाल, एक बार तो उन्होंने मन च दोहरा लेना, तो दूजी बार फिर सुनना, तो तीजी बार शब्द उन्होंने कंठ हो जाता सी। अखां तो दिसदा नहीं उन्होंने बिल्कुल। जिन्हां नूं नहीं दिसदा वो बाणी कंठ कर लेंगे। आपां ने महाराज कृपा की दिसदा पिया सारा कुछ, पर चलो जे नहीं पढ़ सकते, कईयां नूं पंजाबी नहीं आउंदी, हो सकती मजबूरी हो सकती, सुन सकते हैं ना, सुन के भी बाणी साध संगत जी कंठ हो जाती। नाल नाल बोली बंदा सुने तो नाल बोली जाए, बाणी कंठ होंदी है। जपजी साहब का क्योंकि उन्होंने महात्मा दसिया सी, व्याख्या की सी, इस करके मैं थोड़ी बेनती की। आपां गुरु के सिख होने बिना शंके तो गुरु साहब जी की बाणी च साध संगत जी विश्वास रखना तो गुरु की कृपा के पात्र बनना। शंके करन जिन्हें मर्जी कर सकते, मैं जिन्हें मर्जी तुहानूं प्रमाण दे दियां पुठी बात नाल अगर देने तो इदां दे प्रमाण दे सकते हैं, पर तुसीं कल गुरुद्वारा साहब नहीं आओगे। पर वो झूठ ने, बिल्कुल झूठे कूड़े प्रमाण ने, सिर्फ अपनी बुद्धि की चित्राई हो सकती है, गुरमत नहीं। गुरमत गुरु साहब जी के पल्ला फड़न लई, नाम जपण लई, बाणी पढ़न लई, सिमरन करन लई, सत संगत करन दी प्रेरणा देती है। जे गुरमत वाले आप जाति मारांगे, अगर गुरु साहब तो दूर जाना तो फिर बथेरे प्रमाण ने, जिन्ने मर्जी प्रश्न करो कोई फर्क नहीं पैंदा, कर सकते हैं आप। हाँ जिग्यासा तौर पर अगर कोई मन च प्रश्न फुरदा तो वो सिंघां नाल विचार करने कोई पाप नहीं होता। उस तरह संगत है,
आप कर सकते हैं। फिर महाराज साहब जी साहब संग जी गुरु नूं गुरु रूप नाल देखांगे तो कृपा होगी। बाणी का जिहड़ा मार्ग है ना गुरमत का, ये करके देखण दा गल्लां दा नहीं, करके देखण दा मार्ग है ये। जिन्हां ने बाणी पढ़ी उन्हां ते फिर जिवें जिवें कृपा होती तिवें तिवें शंके बढ़ते जाते। महाराज की कृपा बाबा कबीर जी का एक शब्द है वो अर्थ तुहाडे नाल साझे करके फिर फतेह बुलाईए। वो कहते हैं देखो भाई ज्ञान की आई आंधी, इसलिए भाई गुरु साहब जी की उस्तत में गुरमुखां ने शब्द पढ़े सी, गुरबाणी गुरु की उस्तत में ज्ञानी जी बोल के गए, तो मैं थोड़ी बेनती करता पाया। वो कहते देखो भाई ज्ञान की आई आंधी, सदा उडानी भ्रम की टाटी रहे ना माया बांधी, दो चेते की दो ठून करानी मोह बलेंडा टूटा, तिश्ना शान परी धारी ऊपर दुर्मत भांडा फूटा। बाबा कबीर जी का शब्द है गुरबाणी का। वो कहते गुरु साहब ने मेरे ते इन्नी कृपा की, इन्नी उस्तत करते पे कबीर साहब जी गुरु जी, क्योंकि गुरु बिना ये तो हुण तां महाराज ने अपने ते कृपा की। जिन्हां पहलियां का जिक्र किया कहते पूछो ब्रह्मे नारद वेद व्यास है कोई, वो कहते उन्होंने पूछ के देख लो कि गुरु तो बिना कल्याण हो सकती सी, उदों भी नहीं सी हो सकती। एक प्रमाण सिर्फ समझण लई सियाणे ने दिता, वो भी मैं विच सुना देना चाहुंदा भाई गुरु साहब समझी अपने नूं कदे लकाउणा नहीं चाहिदा। मैं किस गुरु नूं मानदा, ये कोई संग वाली गल नहीं होंदी, ना लकाउण वाली गल है। सिर्फ कुछ प्रमाण सिर्फ समझण लई दिंदे, समा पास कर लई, ना कहना कि किधर नूं गल चली गई, सिर्फ समझण लई। कहते कोई बंदा सी वो साध संगत जी एक कला में इन्ना एक्सपर्ट सी भी वो तिखी बर्शियां करके ऊपर नूं सुट के मुंह ना बोच लैंदा सी। लोग ने हजारां इकट्ठे करने, बर्शी ऊपर नूं सुटनी ते मुंह ना बोच लैनी, लोकां ताड़ियां मारनियां, बड़ा वाह वाह करने। एक बार उत्थे एक महात्मा भी देखना कि इत्थे की हो रहा, कहंदे जी बंदा बड़ी कमाल करदा पिया, तिखी बर्शी है ऊपर नूं सुट के मुंह ना बोच लैंदा। वो कहंदे अच्छा देखण लग पे ऊपर नूं सुटे तां मुंह ना बोची, लोकां बड़ी शाबाश दित्ती उहनूं। जब लोग चले वो कहंदे गुरमुखा मैं तेरे नाल गल करनी भाई, ये काम सिखाने वाला तेरा गुरु कौन है? वो कहते कोई नहीं जी। कहते नहीं किसी तो तू सीखिया ना? नहीं नहीं जी, कहता किसी तो नहीं सीखिया। कहते नहीं इदा नहीं हो सकता, चेता करके दस कौन है जिस तो तू सीखिया, कोई तेरा उस्ताद होगा। कहता जी जितों तक मैंने याद आता मैं नहीं किसी तो सीखिया। वो कहते अच्छा नहीं सीखिया, चल फिर ठीक है हुण बोझ सुट ते बोझ के दिखा। कहते ये गल है जी, उन्हें बर्शी ऊपर नूं सुटी, जो मुंह थले किया पाड़ के गल बर्शी अगले बंदे निकल गई, सारा जबाड़े पाड़ दिता। बड़ा हैरान होया, कहता जी मैं हजारां वार सुटी ते बुच्ची कदी इदां नहीं होया, की कीता जी? वो कहते मैं कुछ नहीं कीता, तू आप ही कीता। कहते नहीं फिर मैं तां जी इदां कदी होया नहीं कि बर्शी मेरे तां वज जावे। वो कहते हुण वजनी है ते जिन्नी वारी सुटेगा उन्नी वारी तेरा मुंह ही पाटेगा, क्योंकि जिस तो तेरे ते कृपा होई तू उहनूं छपाउंदा पिया। अजे भी चेता करके दस भी कौन सी जितों तू सीखिया, ये बख्शिश कित्थों होई? फिर उन्हें चंगी तरह ध्यान नाल सोचा, कहंदा जी ऐ तां चेते नहीं आउंदा। हाँ हुण मैनूं इन्ना याद आउंदा भी जदों मैं छोटा सा पशु चारन जांदा हुंदा सां, उत्थे कदर विच एक पानी दी छतरी सी, उत्थे एक बगला आउंदा सी रोज़। मैं पशु लैके जांदा सां, वो इन्ना करदा सी, पहलां मच्छी नूं आम करके उपर नूं सुट लैंदा सी, फिर पुछ लैंदा सी। बगला इदां करदा, ਉਹਦੀ आदत ਉਹਨੇ ਪਹਿਲਾਂ ਫੜਨਾ, ਉਹਨੂੰ ਝੁੰਝੋੜਾ ਜਿਹਾ ਮਾਰਨਾ, ਫਿਰ ਉੱਪਰ ਨੂੰ ਸੁੱਟਣਾ, ਫਿਰ ਆਉਂਦੇ ਨੂੰ ਬਚਣਾ। ਕਹਿੰਦੇ ਹੌਲੀ ਹੌਲੀ ਮੈਂ ਪ੍ਰੈਕਟਿਸ ਕੀਤੀ, ਛੋਟੇ ਛੋਟੇ ਡੰਡਿਆਂ ਤੋਂ ਫਿਰ ਵੱਡਾ, ਫਿਰ ਵੱਡਾ, ਫਿਰ ਵੱਡਾ, ਹੌਲੀ ਹੌਲੀ ਬਰਸ਼ੀ ਤਾਕਰ ਪਾਉਂਦੀਆਂ। ਕਹਿੰਦੇ ਫਿਰ ਤੇਰਾ ਉਹ ਬਗਲਾ ਉਸਤਾਦ ਹੈ, ਤੂੰ ਕਿਉਂ ਨਹੀਂ ਕਹਿੰਦਾ ਵੀ ਉਤੋਂ ਇਹ ਗੁਰ ਮੈਨੂੰ ਮਿਲਿਆ, ਲਗਾਉਣ ਦੀ ਤੈਨੂੰ ਕੀ ਲੋੜ ਹੈ? ਉਹਦੇ ਇੱਕ ਦੁਨਿਆਵੀ ਪ੍ਰਮਾਣ ਸੀ ਸਾਧ ਸੰਗਤ ਜੀ, ਤੇ ਜਿਸ ਗੁਰੂ ਨੇ ਸਾਡੇ ਤੇ ਇੰਨੀ ਬਖਸ਼ਿਸ਼ ਕੀਤੀ, ਇੰਨੀ ਰਹਿਮਤ ਕੀਤੀ, ਜਿਸ ਗੁਰੂ ਬਿਨਾਂ ਮਹਾਰਾਜ ਦੀ ਬਾਣੀ ਕਹਿੰਦੀ ਪਾਰ ਉਤਾਰੇ ਨੇ, उस गुरु का पला फड़े बिना आप किवें पार उतर सकते हैं? तो फिर गुरु साहब जी नमस्कार कर ले, या सत्कार अर्प कर ले, या बाणी पढ़ ली, फिर संगापन किस गल दी? बाबा कबीर जी को कहते देखो भाई ज्ञान की आई आंधी, सब उडानी काम की टाटी रहे ना माया बांधी। कहते जिस वेले गुरु साहब ने मेरे ते कृपा की, मेरे अंदर ज्ञान का तूफान चलिया, आंधी हनेरी नूं कहते। कहते ज्ञान की हनेरी आ गई मेरे अंदर, जिवें सिंह दे आई अंदर वो ज्ञान की हनेरी आ गई गुरु साहब जी की कृपा सदका। इन्नी दूरदर्शी साहब समझी नहीं, साधारण बंदा जो फांसी के तख्ते में मौत के दरवाजे से खड़ा, वो सोच बंद हो जाती नेड़े जाके। वो कहते कृपा गुरु की, क्योंकि ना ज्ञान का अंदर तूफान चला देता। देखो भाई ज्ञान की आई आंधी, सब उडानी भ्रम की टाटी रहे ना माया बांधी। टाटी कहते छान नूं, कहते मेरे अंदर एक छान बजी पई सी, तो छान करदी सी कबीर साहब कहते भरम की, जिहड़ा भरम अपने अंदर भी है।
5 प्रकार का भरम का विद्वान कहते हैं। भेद भरम, करतत भरम, गुण संत भरम, विकार ब्रह्म इतर जग सत है, पांचों भरम संसार। एक अपने अंदर भी भरम है, तो आप साध संगत जी फिर फुरते हैं नुकते। कबीर साहब कहते मेरे अंदर भी बड़ा बड़ा भरम सी, पर जो गुरु साहब ने मेरे ते कृपा की, सब उडानी भ्रम की टाटी की, ज्ञान की हनेरी आई, तो भरम की जी छन सी उड़ गई उसकी छत उस वेले, जिवें हनेरी उड़ा के लै जाती। रहे ना माया बंधी, कहते माया के प्रभाव दी रस्सियां नाल मैं घुट के भरम नूं अंदर बन्निया सी अपने। कहण तो भाव कबीर साहब का भी भरम मेरे अंदर सी ते माया का प्रभाव भी मेरे अंदर सी, पर गुरु की कृपा ने दोवें तोड़ दिते, चक दिते। रहे ना माया बंधी, फिर कहते तू चित्ते की दो थून गराने, थून कहते थूणियां आप जिहड़े इंडिया तो इन्हां नूं पता है भाई, 2 थूणियां कढ के उहदे उपर एक शतीर रख के फिर उपर छन की छत पाई दी है, कुली बनाउणी होवे तां। कहते ने भरम की छत सी, माया के प्रभाव दी रस्सियां सन, ते चित्ते पुणे दीयां 2 थूणियां सन मेरे अंदर, दुविधा सी जिवें अपने अंदर भी हुंदी है। माफ कर देना कि पता नहीं गुरु साहब जी पार लाउणगे कि ना लाउणगे, पता नहीं गुरु ग्रंथ साहब जी गुरु ने कि होर भी किते जाके मत्था टेकना, टेकदे सिख बड़े सिख जाते गुरु साहब जी तो बिना भी इधर उधर, वो भरम च ने बेचारे, अजे उन्होंने अजे दुविधा च ने, अजे तक उन्होंने यकीन नहीं है। भावें कलगीधर पातशाह जी का हुक्म करके आप मत्था टेके, सब सिखन को हुक्म है गुरु मानियो, आख्या ना मानना नहीं फिर, पर सिखां नूं अजे भी कई पर पता नहीं कि सिख कहना भी शायद उन्होंने किते गलत ना हो, कोई सिख तो नहीं हो सकता जिहड़ा महाराज नूं छड्ड के होर किते जावे, पर जाते हैं पग्गां भी हुंदियां उन्हां दे दाड़ियां भी बैठे होंगे। कोई नूर महरिए के अगे एक बार मैं फोटो देखी, किरपाना उपर दी पा के बैठे नूर महरिए के अगे, खरिया गुरु ग्रंथ साहब जी तो वड्डा लगदा होवेगा उन्हां नूं। खैर कबीर साहब कहते हैं भरम मेरे अंदर भी सी, दुविधा सी मेरे अंदर, दो चित्ते की दो थून गराने, गुरु साहब ने कृपा कीता, कहते दुविधा दी दोवें थूणियां डिग पईयां, तोड़ दित्तियां महाराज ने। मोह बलेंडा टूटा, बलेंडा कहते शतीर नूं, कहते शतीर मोह दा सी, दुविधा दी थूणियां सन, भरम की छत सी, माया के प्रभाव दी रस्सियां सन, ये सारा कुछ मेरे अंदरों गुरु ने कृपा करके कढिया। दो चित्ते की दो थून गरानी, मोह बलेंडा टूटा, कृष्णा शान परी धारे उपर दुर्मत भांडा फूटा। कबीर साहब कहते फिर वो आपां कंधां भी कीतियां ने कानियां दियां, छत शान दी कदी छत नहीं हुंदी, ਉਹਦੇ ਦੁਆਲੇ ਦੁਆਲੇ ਕੰਧਾਂ ਵੀ ਹੁੰਦੀਆਂ, ਉਹ ਉਸੇ ਕਾਨੇ ਦੀਆਂ ਬਣਾਈਆਂ ਹੁੰਦੀਆਂ। ਕਹਿੰਦੀ ਉਹ ਕੰਧਾਂ ਕਾਹਦੀਆਂ ਸੀ ਮੇਰੇ ਅੰਦਰ, ਉਹ ਸੀ ਤ੍ਰਿਸ਼ਨਾ ਦੀਆਂ। ਗੁਰੂ ਨੇ ਕਿਰਪਾ ਕੀਤੀ ਕਿ ਕਬੀਰ ਸਾਹਿਬ ਕਹਿੰਦੇ ਤ੍ਰਿਸ਼ਨਾ ਦੀ ਜਿਹੜੀਆਂ ਕੰਧਾਂ ਸੀ ਉਹ ਵੀ ਡਿੱਗ ਪਈਆਂ ਥੱਲੇ। ਤ੍ਰਿਸ਼ਨਾ ਸ਼ਾਨ ਭਰੀ ਧਾਰੇ ਉੱਪਰ ਧਰਤੀ ਤੇ ਡਿੱਗ ਪਈਆਂ। ਦੁਰਮਤ ਭਾਂਡਾ ਫੂਟਾ, ਕਹਿੰਦੇ ਫੋਟੀ ਮਾਤ ਦਾ ਭਾਂਡਾ ਇੱਕ ਬੰਨੇ ਭਰ ਕੇ ਘੜਾ ਪਾਣੀ ਦਾ ਰੱਖਿਆ ਹੁੰਦਾ ਨਾ ਛੰਨ ਦੇ ਅੰਦਰ, ਕਹਿੰਦੇ ਉਹ ਫੋਟੀ ਮਾਤ ਦਾ ਮੈਂ ਭਰ ਕੇ ਰੱਖਿਆ ਸੀ। ਜਦੋਂ ਉਹ ਕੰਧਾਂ ਡਿੱਗੀਆਂ ਤ੍ਰਿਸ਼ਨਾ ਦੀਆਂ ਤੇ ਉਹ ਜਿਹੜਾ ਖੋਟੀ ਮਾਤ ਦਾ ਘੜਾ ਸੀ ਉਹ ਵੀ ਭੱਜ ਗਿਆ। ਭਾਵ ਖੋਟੀ ਮਾਤ ਵੀ ਮੇਰੇ ਅੰਦਰੋਂ ਚਲੀ ਗਈ, ਤ੍ਰਿਸ਼ਨਾ ਚਲੀ ਗਈ, ਮਾਇਆ ਦਾ ਪ੍ਰਭਾਵ ਚਲੇ ਗਿਆ, ਮੋਹ ਚਲੇ ਗਿਆ, ਦੁਬਦਾ ਚਲੇ ਗਈ, ਭਰਮ ਚਲੇ ਗਿਆ। ਇਹ ਸਾਰਾ ਕੁਝ ਕਬੀਰ ਸਾਹਿਬ ਕਹਿੰਦੇ ਗਿਆ ਕਿਵੇਂ? ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਕਬੀਰ ਸਾਹਿਬ ਕਹਿੰਦੇ ਗੁਰੂ ਨੇ ਮੇਰੇ ਤੇ ਮਿਹਰ ਕੀਤੀ ਤੇ ਮੇਰੇ ਅੰਦਰੋਂ ਗਿਆ, ਆਪਾਂ ਕੱਢਣਾ ਆਪਣੇ ਅੰਦਰੋਂ ਸਾਰਾ ਕੁਝ। ਫਿਰ ਅਖੀਰ ਤੇ ਉਹ ਕਹਿੰਦੇ ਨੇ ਆਂਦੀ ਪਾਸ਼ਾ ਜੋ ਜਲ ਬਰਖ ਹੈ ਤਿਹ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਮ ਚੀਨਾ। ਕਹਿੰਦੇ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ, ਇਵੇਂ ਹੁਣ ਗੁਰੂ ਦੀ ਮਿਹਰ ਦਾ, ਗੁਰੂ ਦੇ ਸ਼ਬਦ ਦਾ ਮੇਰੇ ਅੰਦਰ ਪ੍ਰਕਾਸ਼ ਹੈ, ਚੜ੍ਹਦੇ ਸੂਰਜ ਦੀ ਲਾਲੀ ਵਰਗਾ। ਤੇ ਜਿਵੇਂ ਮੀਂਹ ਹਨੇਰੀ ਆਉਣ ਤੋਂ ਬਾਅਦ ਮੀਂਹ ਪੈਂਦਾ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦਾ ਅਭਿਆਸ ਕਰਨ ਕਰਕੇ ਮੇਰੇ ਅੰਦਰ ਗਿਆਨ ਦੀ ਹਨੇਰੀ ਆਈ, ਸਾਰਾ ਕੁਝ ਮੇਰੇ ਅੰਦਰ ਕੂੜਾ ਕਰਕਟ ਦੂਰ ਕਰ ਦਿੱਤਾ। ਤੇ ਹੁਣ ਗੁਰੂ ਦੇ ਉਪਦੇਸ਼ ਦੀਆਂ ਬੂੰਦਾਂ ਕਬੀਰ ਸਾਹਿਬ ਕਹਿੰਦੇ ਜਦੋਂ ਮੇਰੇ ਤੇ ਪੈਂਦੀਆਂ ਤੇ ਮੈਂ ਗੁਰੂ ਦੇ ਪ੍ਰੇਮ ਵਿੱਚ ਭਿੱਜਾ ਹੀ ਬੈਠਾ, ਬਸ ਆਨੰਦ ਵਿੱਚ ਹਾਂ। एक कबीर साहब ने साथ सुन की कृपा की थे। जे वो कह रहे गुरु बिना पार उतारा नहीं, जे गुरु अंगद देव महाराज कह रहे हैं हजारों सूरज चढ़ तो बाद भी गुरु तो बिना अंदरला हनेरा किसी ने दूर नहीं करना। राय बलाल ने आख्या सी गुरु नानक पातशाह जी नूं अंतले समय ते जो जान लगा सचखंड, उन्हें आख्या महाराज तुसां कृपा कीती तलवंडी च आए ते मेरा बेड़ा पार होया, मैनूं सारी जिंदगी नहीं सी पता लगना मैं कौन हां ते क्यों आया संसार ते। ये तुहाडी कृपा नाल मैनूं इन्ना ज्ञान होया भी मैं कौन हां। शायद ਆਪਾਂ ਨੂੰ ਅਜੇ ਨਹੀਂ ਪਤਾ ਮੈਂ ਕੌਣ ਹਾਂ, ਆਪਾਂ ਪੁੱਛਿਆ ਨਹੀਂ ਕਦੇ ਆਪਣੇ ਆਪ ਨੂੰ ਮੈਂ ਕੌਣ ਹਾਂ, ਕੀ ਕਰਦਾ ਫਿਰਦਾ। ਹਾਲਾਂਕਿ ਦੂਜੇ ਦਾ ਆਪਾਂ ਨੂੰ ਸਾਰਾ ਹੀ ਪਤਾ ਹੁੰਦਾ ਇਹ ਕੌਣ ਹੈ ਤੇ ਕੀ ਕਰਦਾ, ਆਪਣੇ ਆਪ ਦਾ ਨਹੀਂ ਪਤਾ। ਪਰ ਤੀਸਰੇ ਪਾਤਸ਼ਾਹ ਕਹਿੰਦੇ ਕਦੀ ਆਪਣੇ ਆਪ ਨੂੰ ਪੁੱਛ। ਆਨੰਦ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਇਹ ਸਰੀਰਾ ਮੇਰਿਆ ਇਸ ਜਗ में आए क्या तुद कर्म कमाया, के कर्म कमाया तुद शरीरा जा तू जग में आया, जिन हर तेरा रच रचिया सो हर मन ना वसाया। अपने आप को तीसरे पातशाह कहते पुछया कदे पर ਜਦੋਂ ਤੂੰ ਸੰਸਾਰ ਤੇ ਆਇਆ ਕੀ ਕੀਤਾ?
जिन्हें ये पंजां तत्तां दा रच रच के तैनूं मनुखा दे ही दे दित्ती, उस परमात्मा नूं कदे मन च वसाया कि नहीं? कदे नहीं पुछया। पर पुछण दा सुभाव पाउणा चाहीदा पर की कीता मैं सारी जिंदगी? महाराज ने कृपा की, मैंने मनुखा शरीर दिता, तंदुरुस्ती दी, सिखां दे घर जन्म दिता, बाणी दी, संगत दी, अमृत दिता, ककार दिते, रहत दिते, नितनेम दिता, पर मैं कित्थे तुरिया फिरदा? जे पुछिए तो फिर साध संगत गुरु ते कोई शंका नहीं। महाराज साहब जी ने कृपा की अपने सारे उत्ते। सो तुसीं सारे बड़े भागी जी जिन्होंने गुरु साहब जी के दर की हाजरी साध संगत भावना नाल भरी है, क्योंकि संगत विचों ही आखिर सोझी मिलती है। पर आपां अगे नहीं जाना कि पिछे नहीं जाना। साडे लई चंगा की है, माड़ा की, पाप किहनूं कहंदे ने, पुण्य किहनूं कहंदे, ये सोझी संगत चों मिलनी। इस करके संगत नूं महाराज जी ने वडियाई दे दी। ये वचन कर दिते, खोज तो सुनी है सोए साध संगत कर तरियो ना कोई नहीं कर सकता। सो गुरु साहब जी ने साध संगत की बख्शिश की है। ये बख्शिश महाराज अपने उत्ते सदा करी रखन, संगत बनी रहे, जिस करके आप गुरु साहब जी के कुछ नेड़े नेड़े नहीं गए। जिमें का साध संगत समा हो सकता गुरु तो टुटिया सिख मुड़ के सदियां तक न टिकाने आ सके, पर बेनती यही करनी महाराज के चरण सच्चे पातशाह तुसीं अपने नेड़े ही करो। करनी आपको अपनी के नेड़े फिर भी ऐसा करो ना करवाना भी दूर ही हो जाएगी तुहाडे तो। ऐसी कृपा करियो तुहाडे नेड़े हो जाएगी। गुरु साहब जी कृपा कर। सारे संगतां दा बहुत बहुत धन्नवाद। धन्नवाद सतगुरु श्री गुरु ग्रंथ साहिब महाराज सच्चे पातशाह जी का कोटान कोट। गुरु का रूप भी संगत होंदी, संगतां दा साध संगत धन्नवाद। गुरु घर के सारे प्रबंधकों का, सेवादारों का, ग्रंथी सिंह साहब जी का, सारे नौजवानों का, सारे के साध संगत बहुत धन्नवाद है जिन्होंने तुहाडे दर्शन करने का इस भागा समा बख्शिश किया है। ज्ञानी जी का बहुत धन्नवाद है। ना तो बच्चों उन्होंने वड्डे विद्यार्थी ने टकसाल के, मैं बाद में साध संगत जी 4 अखर उतों पढ़े ने, पर फिर भी वो मैनू अपना बच्चा जान के प्यार भी करते हैं, मान भी देते हैं। इस करके उन्होंने बहुत ही धन्नवाद है। सतगुरु सच्चे पातशाह जी कृपा करन तुहाडी मेरी अपनी सारे की हाजरी गुरु साहब जी के दर से प्रवान होवे जी। भुलां चुकां दी खिमा, लेखे कते हैं छुट्टी बैठे रखन, भुलनहार बख्शनहार बख्शना नानक पार अवतार। वाहिगुरू जी का खालसा, वाहिगुरू।